ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਆੜ ਦਾਮ ਕੋ ਸ਼ਿਪਰੋ ਹੋਇਓ ਲਾਖੀਨਾ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮੋ ਭਗਤਾ ਮਹਿ ਗਣਿਆ। ਇਹ ਬਿਦ ਸੁਨ ਕੇ ਜਟ ਰੋਠ ਭਗਤੀ ਲਾਗਾ। ਮਿਲੈ ਪ੍ਰਤੱਖ ਗੁਸਈਆ ਧਨਾ ਵਡ ਭਾਗਾ। ਮਿਲੈ ਪ੍ਰਤੱਖ ਗੁਸਈਆ ਧਨਾ ਵਡ ਭਾਗਾ। ਸੁਖਾਉ ਠਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮੰਦੀ ਨੂਰ ਅਰਸੋਂ ਕੁਰਸੋਂ ਛੰਡੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਓ ਰਾਮ ਬੇਨ ਬਾਜੈ। ਮਦਰ ਮਦਰ ਧੁਨ ਅਨਹਤ ਗਾਜੈ। ਧੰਨ ਧੰਨ ਓ ਰਾਮ ਬੇਨ ਬਾਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਕਿਰਪਾ ਕਰ ਰਹੇ ਨੇ। ਅੰਮ੍ਰਿਤ ਵੇਲੇ ਆਸਾ ਦੀ ਵਾਰ ਗੁਰਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ। ਇਸ ਵੇਲੇ ਮਹਾਰਾਜ ਕਿਰਪਾ ਕਰਕੇ ਗੁਰਬਾਣੀ ਦੀ ਕਥਾ ਦੇ ਨਾਲ
ਸਾਨੂੰ ਪਾਤਸ਼ਾਹ ਨਿਹਾਲ ਕਰ ਰਹੇ ਨੇ। ਆਓ ਮਨ ਨੂੰ ਟਿਕਾਈਏ ਭਾਵਨਾ ਨਾਲ। ਸਤਿਗੁਰਾਂ ਦੇ ਅੰਮ੍ਰਿਤ ਬਚਨ ਭਗਤਾਂ ਦੀ ਰਸਨਾ ਤੋਂ ਜੋ ਮਹਾਰਾਜ ਨੇ ਬਖਸ਼ੇ ਨੇ, ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ। ਮਾਲੀ ਗੌੜਾ ਰਾਗ ਦਾ ਨਾਮ ਹੈ। 20 ਨੰਬਰ ਇਹ ਰਾਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ। ਇਸ ਮਾਲੀ ਗੌੜਾ ਰਾਗ ਦੇ ਅੰਦਰ ਭਗਤਾਂ ਦੀ ਰਸਨਾ ਤੋਂ ਮਹਾਰਾਜ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇਸ ਰਾਗ ਦੇ ਵਿੱਚ 3 ਸ਼ਬਦ ਭਗਤ ਨਾਮਦੇਵ ਦੇ ਕੇਵਲ ਆਉਣਗੇ। ਭਗਤ ਨਾਮਦੇਵ ਜੀ ਤੋਂ ਬਿਨਾਂ ਹੋਰ ਕਿਸੇ ਭਗਤ ਦੀ ਬਾਣੀ ਇਸ ਰਾਗ ਦੇ ਵਿੱਚ ਨਹੀਂ ਲਿਖੀ ਹੈ। ਕੇਵਲ ਭਗਤ ਨਾਮਦੇਵ ਦੇ 3 ਸ਼ਬਦ ਨੇ ਜੋ ਆਪਾਂ ਅੱਜ ਸਰਵਨ ਕਰਨ ਜਾ ਰਹੇ ਹਾਂ। ਸਤਿਗੁਰੂ ਬਖਸ਼ਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਪਰਮਾਤਮਾ ਇੱਕ ਹੈ। ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਹੈ। ਪਰਮਾਤਮਾ ਐਸਾ ਹੈ ਜੇ ਉਸ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ। ਗੁਰੂ ਕਿਆ ਸਿੱਖਾ ਤੇ ਗੁਰ ਪ੍ਰਸਾਦ। ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰੋ, ਗੁਰੂ ਦੀ ਪ੍ਰਸੰਨਤਾ ਲਵੋ, ਗੁਰੂ ਦੀ ਖੁਸ਼ੀ ਪ੍ਰਾਪਤ ਕਰੋਗੇ ਤਾਂ ਉਹ ਪਰਮਾਤਮਾ ਪ੍ਰਾਪਤ ਹੁੰਦਾ ਹੈ। ਮਹਾਰਾਜ ਫਰਮਾਉਂਦੇ ਹਨ, ਧੰਨ ਧੰਨ ਓ ਰਾਮ ਬੇਨ ਬਾਜੇ। ਭਗਤ ਨਾਮਦੇਵ ਜੀਆਂ ਦੇ ਕੋਲ ਇੱਕ ਭਗਵਾਨ ਕ੍ਰਿਸ਼ਨ ਜੀ ਦਾ ਉਪਾਸ਼ਕ ਆ ਗਿਆ। ਭਗਤ ਨਾਮਦੇਵ ਵੀ ਪਹਿਲਾਂ ਸਰਗੁਣ ਦੇ ਉਪਾਸਕ ਸਨ, ਫਿਰ ਹੌਲੀ ਹੌਲੀ ਨਿਰਗੁਣ ਦੇ ਉਪਾਸਕ ਬਣੇ। ਦਸ਼ਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ, ਇਹ ਬਚਨ ਉਹਨਾਂ ਨੇ ਆਪ ਆਪਣੀ ਬਾਣੀ ਵਿੱਚ ਲਿਖੇ। ਪਹਿਲਾਂ ਸਰਗੁਣ ਅਵਤਾਰਾਂ ਦੀ ਉਪਾਸਨਾ ਕਰਦੇ, ਫਿਰ ਹੌਲੀ ਹੌਲੀ ਜਿਵੇਂ ਜਿਵੇਂ ਗੁਰਮਤਿ ਦਾ ਗਿਆਨ ਹੋਇਆ, ਜਿਵੇਂ ਜਿਵੇਂ ਸੋਝੀ ਆਈ ਹੈ, ਫਿਰ ਨਿਰਗੁਣ ਦੇ ਉਪਾਸਕ ਬਣੇ। ਇੱਥੇ ਭਗਤ ਨਾਮਦੇਵ ਜੀਆਂ ਦੇ ਕੋਲ ਭਗਵਾਨ ਕ੍ਰਿਸ਼ਨ ਜੀ ਦਾ ਇੱਕ ਉਪਾਸਕ ਆ ਗਿਆ। ਕਹਿਣ ਲੱਗਾ, ਨਾਮਦੇਵ ਜੀ ਆਪ ਕਿਰਪਾ ਕਰਕੇ ਭਗਵਾਨ ਕ੍ਰਿਸ਼ਨ ਦੀ ਸਿਫਤ ਸੁਣਾਓ, ਮੈਂ ਤੁਹਾਡੀ ਰਸਨਾ ਤੋਂ ਸੁਣਨਾ ਚਾਹੁੰਦਾ ਹਾਂ। ਤੇ ਭਗਤ ਨਾਮਦੇਵ ਜੀ ਫਿਰ ਉਸ ਗੁਰਮੁਖ ਦੇ ਕੋਲੋਂ ਇਹ ਬਚਨ ਸੁਣ ਕੇ ਭਗਵਾਨ ਕ੍ਰਿਸ਼ਨ ਜੀਆਂ ਦੀ ਸਿਫਤ ਇਸ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਧੰਨ ਧੰਨ ਓ ਰਾਮ ਬੇਨ ਬਾਜੈ। ਭਗਵਾਨ ਰਾਮਚੰਦਰ ਜੀ, ਭਗਵਾਨ ਰਾਮ, ਭਗਵਾਨ ਕ੍ਰਿਸ਼ਨ ਜੀਆਂ ਦੇ ਜਿਹੜੇ ਵੱਡੇ ਭਰਾ ਨੇ ਉਹਨਾਂ ਦਾ ਨਾਮ ਹੈ ਬਲਰਾਮ ਜੀ। ਬਚਨ ਆ ਗਿਆ, ਕਹਿਣ ਲੱਗੇ ਬਲਰਾਮ ਜੋ ਵੱਡੇ ਭਰਾਤਾ ਨੇ ਉਹਨਾਂ ਦੇ ਭਰਾ ਨੇ ਭਗਵਾਨ ਕ੍ਰਿਸ਼ਨ ਜੀ। ਤੇ ਕਹਿਣ ਲੱਗੇ ਉਹ ਭਗਵਾਨ ਕ੍ਰਿਸ਼ਨ ਜੀ ਧਨਤਾ ਯੋਗ ਨੇ। ਧੰਨ ਧੰਨ ਧਨਤਾ ਯੋਗ ਨੇ ਭਗਵਾਨ ਕ੍ਰਿਸ਼ਨ ਜੀ, ਧਨਤਾ ਯੋਗ ਨੇ ਭਗਵਾਨ ਕ੍ਰਿਸ਼ਨ ਜੀ। ਉਹ ਰਾਮ ਬੇਨ ਬਾਜੈ, ਬੇਨ ਨਾਮ ਬਾਂਸੁਰੀ ਦਾ ਹੈ, ਜਿਹੜੀ ਬਾਂਸੁਰੀ ਵਜਾ ਰਹੇ ਨੇ ਨਾ ਮੂੰਹ ਦੇ ਵਿੱਚ ਪਾ ਕੇ। ਕਹਿਣ ਲੱਗੇ ਭਾਈ ਉਹ ਬਾਂਸੁਰੀ ਵੀ ਧਨ ਹੈ, ਤੇ ਉਸ ਬਾਂਸੁਰੀ ਨੂੰ ਵਜਾਉਣ ਵਾਲੇ ਭਗਵਾਨ ਕ੍ਰਿਸ਼ਨ ਜਿਹੜੇ ਨੇ ਉਹ ਵੀ ਧਨ ਹਨ। ਫਿਰ ਫਰਮਾਉਂਦੇ ਹਨ, ਧੰਨ ਧੰਨ ਓ ਰਾਮ ਬੇਨ ਬਾਜੈ। ਰਾਮ ਦਾ ਅਰਥ ਵਿਦਵਾਨਾਂ ਨੇ ਇੱਥੇ ਭਗਵਾਨ ਕ੍ਰਿਸ਼ਨ ਹੀ ਕੀਤਾ ਹੈ। ਕਹਿਣ ਲੱਗੇ ਭਾਈ ਉਹ ਜੋ ਭਗਵਾਨ ਕ੍ਰਿਸ਼ਨ ਹਨ ਉਹ ਧਨ ਹਨ, ਉਹ ਧਨ ਹਨ। ਜਦੋਂ ਬੰਸਰੀ ਵਜਾਉਂਦੇ ਨੇ ਉਹ ਬੰਸਰੀ ਵੀ ਧਨ ਹੈ। ਜਦੋਂ ਮੂੰਹ ਨੂੰ ਲਾ ਕੇ ਬੁੱਲਾਂ ਦੇ ਨਾਲ ਲਾ ਕੇ ਫੂਕ ਮਾਰਦੇ, ਬੰਸਰੀ ਵੀ ਧਨ ਹੈ। ਕਿਉਂ ਧਨ ਹੈ? ਕਹਿੰਦੇ ਜੀ ਭਗਵਾਨ ਦੇ ਮੂੰਹ ਦੇ ਨਾਲ ਲੱਗ ਰਹੀ ਹੈ, ਉਹਨਾਂ ਦੇ ਮੂੰਹ ਨਾਲ ਲੱਗਣ ਕਰਕੇ ਉਹ ਬਾਂਸਰੀ ਵੀ ਧਨ ਹੈ। ਉਹਨੂੰ ਵਜਾਉਣ ਵਾਲੇ ਆਪ ਵੀ ਭਗਵਾਨ ਜੀ ਧਨ ਹਨ। ਮਧੁਰ ਮਧੁਰ ਧੁਨ ਅਨਹਤ ਗਾਜੈ। ਉਸ ਬਾਂਸਰੀ ਦੇ ਵਿੱਚੋਂ ਮਧੁਰ ਮਧੁਰ ਆਵਾਜ਼ ਨਿਕਲਦੀ ਹੈ, ਮਿੱਠੀ ਮਿੱਠੀ ਧੁਨ ਦੀ ਆਵਾਜ਼ ਭਗਵਾਨ ਕ੍ਰਿਸ਼ਨ ਜੀਆਂ ਦੀ ਬਾਂਸਰੀ ਦੇ ਵਿੱਚੋਂ ਨਿਕਲਦੀ ਹੈ।
ਅਨਹਦ ਗਾਜੈ। ਅਨਹਦ ਤੋਂ ਭਾਵ ਇੱਕ ਰਸ, ਗਾਜੈ ਕਹੀਏ ਪ੍ਰਗਟ। ਇੱਕ ਰਸ ਮਿੱਠੀ ਮਿੱਠੀ ਆਵਾਜ਼ ਉਹਦੇ ਵਿੱਚੋਂ ਪ੍ਰਗਟ ਹੋ ਰਹੀ ਹੈ, ਜਿਸ ਨੂੰ ਸੁਣ ਕੇ ਜਿਹੜੇ ਜੜ ਜੀਵ ਨੇ ਉਹ ਚੇਤਨ ਹੋ ਜਾਂਦੇ, ਜਿਹੜੇ ਚੇਤਨ ਨੇ ਉਹ ਜੜ ਹੋ ਜਾਂਦੇ। ਐਸੀ ਮਿੱਠੀ ਬਾਂਸੁਰੀ ਜਿਹੜੀ ਹੈ ਆਪਣੇ ਮੁਖ ਕੰਠ ਤੋਂ ਵਜਾ ਕੇ ਜੀਵਾਂ ਨੂੰ ਨਿਹਾਲ ਕਰਦੇ ਪਏ ਭਗਵਾਨ ਕ੍ਰਿਸ਼ਨ ਜੀ। ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀਆਂ ਨੇ ਕ੍ਰਿਸ਼ਨਾ ਅਵਤਾਰ ਲਿਖਦਿਆਂ ਹੋਇਆ ਦਸਮ ਗ੍ਰੰਥ ਦੇ ਵਿੱਚ ਮਹਾਰਾਜ ਨੇ ਅਵਤਾਰਾਂ ਦੀ ਕਥਾ ਲਿਖੀ ਹੈ। ਉਹਨਾਂ ਅਵਤਾਰਾਂ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਭਗਵਾਨ ਕ੍ਰਿਸ਼ਨ ਜੀਆਂ ਦੀ ਕਥਾ ਲਿਖਦਿਆਂ ਹੋਇਆਂ ਬਚਨ ਲਿਖਿਆ ਹੈ। ਕਹਿਣ ਲੱਗੇ ਜੋ ਜੜ ਸਰੌਨਨ ਮੈਂ ਸੁਣ ਕਹਿ ਧੁਨ। ਜਿਹੜੇ ਜੜ ਜੀਵ ਨੇ ਨਾ, ਜਦੋਂ ਉਹ ਜੜ ਜਿਵੇਂ ਰੁੱਖ ਨੇ, ਪਹਾੜ ਨੇ, ਜਦੋਂ ਉਹ ਜੜ ਜੀਵ ਭਗਵਾਨ ਜੀਆਂ ਦੀ ਬਾਂਸੁਰੀ ਸੁਣਦੇ ਨੇ ਤੇ ਕਹਿਣ ਲੱਗੇ ਤਿਆਗ ਕੇ ਧਾਮ ਕਹਾਂ ਕੋ ਧਾਵੈ। ਉਹ ਰੁੱਖ ਪੌਦੇ ਹਿੱਲ ਪੈਂਦੇ ਆਪਣੀ ਜਗ੍ਹਾ ਤੋਂ, ਜਿੱਥੇ ਬਾਂਸੁਰੀ ਦੀ ਆਵਾਜ਼ ਆਉਂਦੀ ਹੈ ਸੁਣਨ ਵਾਸਤੇ ਉੱਥੇ ਪਹੁੰਚ ਜਾਂਦੇ। ਐਸੀ ਮਿੱਠੀ ਬਾਂਸੁਰੀ ਵਜਾ ਰਹੇ ਨੇ। ਜੋ ਖਗ ਜਾਤ ਉੱਡੇ ਨਭ ਮੈਂ। ਜਿਹੜੇ ਪੰਛੀ ਆਕਾਸ਼ ਦੇ ਵਿੱਚ ਉੱਡਦੇ ਪਏ, ਜਦੋਂ ਉਹਨਾਂ ਪੰਛੀਆਂ ਦੇ ਕੰਨਾਂ ਦੇ ਵਿੱਚ ਮਿੱਠੀ ਬਾਂਸੁਰੀ ਦੀ ਆਵਾਜ਼ ਪੈਂਦੀ ਹੈ, ਠੰਡ ਰਹਿ ਧੁਨ ਜੋ ਸੁਣ ਪਾਵੈ। ਕਹਿਣ ਲੱਗੇ ਉੱਡਦੇ ਪੰਛੀ ਉੱਥੇ ਹੀ ਬੈਠ ਜਾਂਦੇ, ਪਹਿਲਾਂ ਬਾਂਸੁਰੀ ਸੁਣ ਲਈਏ ਫਿਰ ਉੱਡ ਕੇ ਕਿਤੇ ਜਾਵਾਂਗੇ ਅੱਗੇ ਚੋਗਾ ਚੋਗਣ ਵਾਸਤੇ। ਐਸੀ ਮਹਿਮਾ ਜਿਹੜੀ ਹੈ ਉਹਨਾਂ ਦੀ ਬਾਂਸੁਰੀ ਦੀ ਹੋ ਰਹੀ ਹੈ ਵੀ ਜਿਹੜੇ ਜੜ ਜੀਵ ਨੇ ਉਹ ਚੇਤਨ ਹੋ ਜਾਂਦੇ। ਜਿਹੜੇ ਚੇਤਨ ਨੇ ਚੱਲਣ ਫਿਰਨ ਵਾਲੇ ਉਹ ਇੱਕ ਜਗ੍ਹਾ 'ਤੇ ਜੜ ਬਣ ਕੇ ਖੜ ਜਾਂਦੇ। ਐਸਾ ਵਾਤਾਵਰਣ ਮੋਹਿਆ ਜਾਂਦਾ ਹੈ। ਐਸੀ ਸੁੰਦਰ ਬਾਂਸੁਰੀ ਨੂੰ ਵਜਾ ਕੇ ਜੀਵਾਂ ਨੂੰ ਸੁਖ ਦਿੰਦੇ ਪਏ। ਕ੍ਰਿਸ਼ਨ ਮਨੈ ਅਤ ਰੀਝ ਕੇ ਮੁਰਲੀ ਉਠਿਓ ਬਜਾਏ। ਰੀਝ ਰਹੀ ਸਭ ਗੋਪੀਆਂ ਮਹਾ ਪ੍ਰਮੋਦ ਮਨ ਪਾਏ। ਭਗਵਾਨ ਕ੍ਰਿਸ਼ਨ ਜੀ ਬੜੀ ਪ੍ਰਸੰਨਤਾ ਨਾਲ ਜਦੋਂ ਬਾਂਸੁਰੀ ਵਜਾਉਂਦੇ, ਕਹਿਣ ਲੱਗੇ ਸਾਰੀਆਂ ਗੋਪੀਆਂ ਜਿਹੜੀਆਂ ਉਸ ਵੇਲੇ ਭਗਵਾਨ ਜੀਆਂ ਦੇ ਉੱਪਰ ਰੀਝ ਜਾਂਦੀਆਂ, ਪ੍ਰਸੰਨ ਹੋ ਜਾਂਦੀਆਂ ਤੇ ਮਨ ਨੂੰ ਬਹੁਤ ਭਾਰੀ ਪ੍ਰਮੋਦ ਕਹੀਏ ਆਨੰਦ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਦੀ ਬਖਸ਼ਿਸ਼ ਕਰਦੇ ਪਏ। ਰੀਝ ਰਹੀ ਬ੍ਰਿਜ ਕੀ ਸਭ ਭਾਮਨ। ਜੋ ਮੁਰਲੀ ਨੰਦ ਲਾਲ ਬਜਾਈ। ਕਹਿਣ ਲੱਗੇ ਨੰਦ ਲਾਲ, ਨੰਦ ਇਹਨਾਂ ਦੇ ਪਿਤਾ ਜੀ ਦਾ ਨਾਮ ਹੈ। ਸੋ ਨੰਦ ਲਾਲ ਜੀਆਂ ਦੇ ਜਿਹੜੇ ਪੁੱਤਰ ਨੇ ਭਗਵਾਨ ਕ੍ਰਿਸ਼ਨ ਜੀ, ਜਦੋਂ ਮੁਰਲੀ ਬਾਂਸੁਰੀ ਵਜਾਉਂਦੇ ਨੇ, ਕਹਿਣ ਲੱਗੇ ਉਸ ਵੇਲੇ ਸਾਰੀਆਂ ਗੋਪੀਆਂ ਜਿਹੜੀਆਂ ਨੇ ਉਸ ਵੇਲੇ ਉਹਨਾਂ ਦੇ ਉੱਪਰ ਲੁਭਾਏਮਾਨ ਹੋ ਜਾਂਦੀਆਂ। ਰੀਝ ਰਹਿ ਬਨ ਕੇ ਖਗ ਔਰ ਮ੍ਰਿਗ। ਜੰਗਲ ਵਿੱਚ ਰਹਿਣ ਵਾਲੇ ਪੰਛੀ ਤੇ ਹਿਰਨ ਜਿਹੜੇ ਨੇ ਆਵਾਜ਼ ਸੁਣ ਕੇ ਬਾਂਸੁਰੀ ਦੀ ਉਹਨਾਂ ਦੇ ਕੋਲ ਆ ਕੇ ਬੈਠ ਜਾਂਦੇ। ਰੀਝ ਰਹਿ ਧੁਨ ਜਾ ਸੁਣ ਪਾਈ। ਜਦੋਂ ਐਸੀ ਧੁਨ ਕੰਨਾਂ ਵਿੱਚ ਸੁਣਦੇ, ਪਸ਼ੂ ਪੰਛੀ ਵੀ ਰੀਝ ਜਾਂਦੇ, ਪ੍ਰਸੰਨ ਹੋ ਜਾਂਦੇ। ਚਿੱਤਰ ਕੀ ਹੋਏ ਰਹੀ ਚਿੱਤਰ ਕੀ ਹੋਏ ਗਈ ਪਤਮਾ ਸਭ। ਸਿਆਮ ਕੀ ਓਰ ਰਹੀ ਲਿਵ ਲਾਈ। ਭਗਵਾਨ ਕ੍ਰਿਸ਼ਨ ਜੀਆਂ ਦੇ ਵੱਲ ਲਿਵ ਲਾ ਕੇ, ਧਿਆਨ ਲਾ ਕੇ ਇਹ ਜਿੰਨੀ ਵੀ ਸ੍ਰਿਸ਼ਟੀ ਬਣਾਈ ਹੈ ਸਾਰੀ ਉਹਨਾਂ ਦੇ ਮੁਖ ਦੇ ਵੱਲ ਵੇਖਦੀ ਹੈ। ਨੀਰ ਬਹਿ ਨਹੀਂ ਕਾਨ ਤ੍ਰਿਆ ਸੁਣ। ਕਹਿਣ ਲੱਗੇ ਜਮਨਾ ਦਾ ਪਾਣੀ ਵੀ ਖੜ ਜਾਂਦਾ ਹੈ। ਦਸਵੇਂ ਪਾਤਸ਼ਾਹ ਲਿਖਦੇ, ਕਹਿਣ ਲੱਗੇ ਐਸੀ ਮਿੱਠੀ ਬਾਂਸੁਰੀ ਵਜਾਉਂਦੇ ਨੇ ਜਮਨਾ ਦਾ ਪਾਣੀ ਵੀ ਖੜ ਜਾਂਦਾ ਹੈ। ਅਤੇ ਇਸੇ ਤਰ੍ਹਾਂ ਤਾਹੇ ਪੌਂਡ ਰਹਿਓ ਉਰਝਾਈ। ਹਵਾ ਜਿਹੜੀ ਹੈ ਕਹਿਣ ਲੱਗੇ ਉਹ ਵੀ ਰੁਕ ਜਾਂਦੀ ਹੈ। ਹਵਾ ਵੀ ਰੁਕ ਕੇ ਸੁਣਦੀ ਪਈ ਹੈ ਬਾਂਸੁਰੀ। ਐਸੀ ਮਿੱਠੀ ਬਾਂਸੁਰੀ ਨੂੰ ਵਜਾਉਣ ਵਾਲੇ, ਐਸੀ ਸੋਹਣੀ ਉਹਦੇ ਵਿੱਚੋਂ ਧੁਨ ਨਿਕਲਦੀ ਹੈ। ਰਹਾਉ ਧੰਨ ਧੰਨ ਮੇਗਾ ਰੁਮਾਵਲੀ। ਕਹਿਣ ਲੱਗੇ ਭਗਵਾਨ ਕ੍ਰਿਸ਼ਨ ਜੀ ਜਿਹੜੀ ਆਪਣੇ ਸਰੀਰ ਦੇ ਉੱਪਰ ਕੰਬਲੀ ਪਹਿਨਦੇ ਨਾ, ਉਹ ਕੰਬਲੀ ਜਿਹੜੀਆਂ ਭੇਡੂਆਂ ਦੇ ਜਾਂ ਭੇਡਾਂ ਦੇ ਉੱਨ ਤੋਂ ਬਣੀ ਹੈ। ਕਹਿਣ ਲੱਗੇ ਭਾਈ ਉਹ ਭੇਡਾਂ, ਉਹ ਭੇਡੂ ਵੀ ਧਨਤਾ ਯੋਗ ਨੇ ਜਿਨ੍ਹਾਂ ਦੇ ਸੋ ਲੈ ਕੇ ਜੱਤ ਤੇ ਉਹਦੀ ਕੰਬਲੀ ਬਣਾਈ ਹੈ। ਤੇ ਉਹ ਕੰਬਲੀ ਭਗਵਾਨ ਕ੍ਰਿਸ਼ਨ ਜੀਆਂ ਨੇ ਪਹਿਨੀ ਹੈ। ਧੰਨ ਧੰਨ ਮੇਘਾ, ਮੇਘਾ ਨਾਮ ਹੈ ਭੇਡੂ ਦਾ। ਕਹਿਣ ਲੱਗੇ ਉਹ ਭੇਡੂ ਵੀ ਧੰਨ ਨੇ, ਉਹ ਭੇਡਾਂ ਵੀ ਧੰਨ ਨੇ ਭਾਈ, ਜਿਨ੍ਹਾਂ ਦੀ ਜੱਤ ਲੈ ਕੇ, ਜਿਨ੍ਹਾਂ ਦੇ ਵਾਲ ਲੈ ਕੇ ਸੋਹਣੀ ਕੰਬਲੀ ਬਣਾਈ ਹੈ।
ਉਸ ਕੰਬਲੀ ਨੂੰ ਭਗਵਾਨ ਕ੍ਰਿਸ਼ਨ ਜੀਆਂ ਨੇ ਓਢਿਆ ਹੈ, ਆਪਣੇ ਸਰੀਰ ਦੇ ਉੱਪਰ ਲਿਆ ਹੈ। ਕਹਿਣ ਲੱਗੇ ਧਨ ਹੈ ਰੁਮਾਵਲੀ ਕੇਸਾਂ ਦੀ ਪੰਕਤੀ। ਜਿਹੜੇ ਕੇਸ ਨੇ ਵਾਲ ਭੇਡੂਆਂ ਦੇ, ਭੇਡਾਂ ਦੇ, ਉਹਨਾਂ ਦੇ ਵਾਲ ਵੀ ਭਾਈ ਉਹ ਧਨ ਅੱਜ ਹੋ ਗਏ, ਸਫਲੇ ਹੋ ਗਏ। ਉਹਨਾਂ ਦੇ ਵਾਲਾਂ ਤੋਂ ਜੱਤ ਤੋਂ ਸੋਹਣੀ ਕੰਬਲੀ ਬਣਾ ਕੇ ਭਗਵਾਨ ਕ੍ਰਿਸ਼ਨ ਜੀ ਪਹਿਨਦੇ ਪਏ ਹਨ। ਧਨ ਧਨ ਕ੍ਰਿਸ਼ਨ ਓਢੈ ਕਾਂਬਲੀ। ਕਾਂਬਲੀ ਨਾਮ ਕੰਬਲੀ ਦਾ ਹੈ। ਕਹਿਣ ਲੱਗੇ ਕ੍ਰਿਸ਼ਨ ਭਗਵਾਨ ਜੀ ਧਨ ਹਨ ਜਿਨ੍ਹਾਂ ਨੇ ਉਹ ਕੰਬਲੀ ਪਹਿਨੀ ਹੈ। ਭਾਵ ਇਹ ਹੈ ਵੀ ਜਿਹੜੀ ਵੀ ਵਸਤੂ ਉਹਨਾਂ ਨੇ ਅੰਗੀਕਾਰ ਕਰ ਲਈ ਨਾ ਭਗਵਾਨ ਕ੍ਰਿਸ਼ਨ ਜੀਆਂ ਨੇ, ਉਹ ਵਸਤੂ ਭਾਈ ਧਨਤਾ ਯੋਗ ਹੈ। ਭਾਵੇਂ ਉਹ ਕੰਬਲੀ ਹੋਵੇ, ਭਾਵੇਂ ਉਹ ਭੇਡਾਂ ਦੀ ਉੱਨ ਤੋਂ ਬਣੀ ਹੈ, ਉਹ ਕੰਬਲੀ ਵੀ ਧਨ ਹੈ। ਉਹ ਭੇਡਾਂ ਵੀ ਧਨ ਨੇ ਜਿਨ੍ਹਾਂ ਦੀ ਉੱਨ ਤੋਂ ਐਸੀ ਕੰਬਲੀ ਬਣਾ ਕੇ ਸਰੀਰ ਤੇ ਲੈਂਦੇ ਹਨ। ਧਨ ਧਨ ਤੂੰ ਮਾਤਾ ਦੇਵਕੀ। ਸੋ ਕਹਿਣ ਲੱਗੇ ਤਿੰਨਾਂ ਦੇ ਪਿਤਾ ਦਾ ਨਾਮ ਹੈ ਵਾਸੂਦੇਵ, ਮਾਤਾ ਦਾ ਨਾਮ ਹੈ ਦੇਵਕੀ। ਕਹਿਣ ਲੱਗੇ ਉਹ ਦੇਵਕੀ ਮਾਤਾ ਵੀ ਧਨ ਹੈ ਭਾਈ, ਜਿਨੇ ਭਗਵਾਨ ਕ੍ਰਿਸ਼ਨ ਜੀਆਂ ਨੂੰ ਪਾਲਿਆ ਹੈ। ਅਤੇ ਪਿਤਾ ਵਾਸੂਦੇਵ ਵੀ ਧਨ ਹਨ, ਧਨਤਾ ਦੇ ਯੋਗ ਨੇ ਭਾਈ ਮਾਤਾ ਪਿਤਾ, ਜਿਨ੍ਹਾਂ ਦੇ ਘਰ ਵਿੱਚ ਐਸੇ ਭਗਵਾਨ ਨੇ ਅਵਤਾਰ ਲਿਆ ਹੈ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਉਹ ਪਿਤਾ ਵੀ ਪ੍ਰਧਾਨ ਸ਼੍ਰੋਮਣੀ ਹੈ, ਮਾਤਾ ਵੀ ਉਹ ਧਨ ਹੈ ਜਿਨ੍ਹਾਂ ਦੇ ਘਰ ਵਿੱਚ ਐਸੇ ਪੁੱਤਰ ਨੇ ਅਵਤਾਰ ਲੈ ਲਿਆ ਹੈ। ਜਿਹੇ ਗ੍ਰਹਿ ਰਮਈਆ ਕਮਲਾਪਤੀ। ਜਿਨ੍ਹਾਂ ਦੇ ਘਰ ਦੇ ਵਿੱਚ ਰਮਈਆ ਕਹੀਏ ਰਮਿਆ ਹੋਇਆ, ਕਮਲਾ ਕਹੀਏ ਲక్ష్ਮੀ, ਪਤੀ ਲక్ష్ਮੀ ਦਾ ਪਤੀ ਜੋ ਭਗਵਾਨ ਹੈ। ਸੋ ਜਿਹੇ ਗ੍ਰਹਿ ਰਮਈਆ ਕਮਲਾਪਤੀ, ਕਮਲਾਪਤੀ ਜੋ ਲక్ష్ਮੀ ਦਾ ਪਤੀ ਹੈ, ਸੋ ਉਹ ਹੈ ਰਮਈਆ ਪਰਮੇਸ਼ਰ। ਉਹ ਪਰਮੇਸ਼ਰ ਆਪ ਪੁੱਤਰ ਬਣ ਕੇ ਆਇਆ ਹੈ, ਮਾਤਾ ਦੇਵਕੀ ਜੀ ਦਾ ਅਤੇ ਪਿਤਾ ਵਾਸੂਦੇਵ ਦਾ ਪੁੱਤਰ ਬਣ ਕੇ ਜੋ ਭਗਵਾਨ ਜੀ ਦੇ ਰੂਪ ਦੇ ਵਿੱਚ ਆਏ। ਕਹਿਣ ਲੱਗੇ ਭਾਈ ਉਹ ਮਾਤਾ ਪਿਤਾ ਵੀ ਧਨ ਨੇ, ਉਹ ਲక్ష్ਮੀ ਵੀ ਧਨ ਹੈ, ਜਿਸ ਲక్ష్ਮੀ ਦਾ ਪਤੀ ਰਮਈਆ ਇਹਨਾਂ ਦੇ ਘਰ ਵਿੱਚ ਪੁੱਤਰ ਬਣ ਕੇ ਆਇਆ ਹੈ। ਧਨ ਧਨ ਬਨ ਖੰਡ ਬਿੰਦਰਾਬਨਾ। ਕਹਿਣ ਲੱਗੇ ਬਨ ਦਾ ਜਿਹੜਾ ਖੰਡ ਸਥਾਨ ਹੈ ਜਿਸ ਨੂੰ ਬਿੰਦਰਾਬਨ ਕਿਹਾ ਜਾਂਦਾ ਹੈ, ਉਹ ਬਿੰਦਰਾਬਨ ਵੀ ਭਾਈ ਧਨ ਹੈ। ਕਿਉਂ ਧਨ ਹੈ? ਕਿਉਂਕਿ ਉੱਥੇ ਭਗਵਾਨ ਕ੍ਰਿਸ਼ਨ ਜੀਆਂ ਨੇ ਚਰਨ ਪਾਏ ਨੇ। ਧਨ ਧਨ ਬਨ ਖੰਡ ਬਿੰਦਰਾਬਨਾ। ਉਹ ਬਿੰਦਰਾਬਨਾ ਦਾ ਜੰਗਲ, ਉਹ ਇਲਾਕਾ ਵੀ ਧਨਤਾ ਯੋਗ ਹੈ। ਜਹ ਲੇਖੈ ਸ੍ਰੀ ਨਾਰਾਇਣਾ। ਜਹ ਖੇਲੈ, ਜਿੱਥੇ ਖੇਲਦੇ ਨੇ ਭਗਵਾਨ ਕ੍ਰਿਸ਼ਨ ਜੀ, ਜਿੱਥੇ ਭਗਵਾਨ ਕ੍ਰਿਸ਼ਨ ਜੀਆਂ ਨੇ ਖੇਡਾਂ ਕੀਤੀਆਂ ਗੋਪੀਆਂ ਦੇ ਨਾਲ, ਆਪਣੇ ਸਾਥੀਆਂ ਦੇ ਨਾਲ, ਉਹ ਜਿਹੜਾ ਬਿੰਦਰਾਬਨ ਹੈ ਉਹ ਧਨ ਹੈ। ਜਹ ਖੇਲੈ ਸ੍ਰੀ ਨਾਰਾਇਣਾ। ਸ੍ਰੀ ਨਾਰਾਇਣਾ ਜੋ ਭਗਵਾਨ ਕ੍ਰਿਸ਼ਨ ਹਨ ਜਿਨ੍ਹਾਂ ਨੇ ਖੇਡਾਂ ਖੇਡੀਆਂ, ਉਹ ਬਿੰਦਰਾਬਨ ਦਾ ਜੰਗਲ ਵੀ ਭਾਈ ਧਨਤਾ ਯੋਗ ਹੈ। ਬੇਨ ਵਜਾਵੇ ਗੋਦਨ ਚਰੈ। ਇਸ ਤਰੀਕੇ ਦੇ ਨਾਲ ਬੇਨ ਵਜਾਵੇ, ਬਾਂਸਰੀ ਨੂੰ ਵਜਾਉਂਦੇ ਨੇ ਤੇ ਗੋ ਧਨ, ਗਊਆਂ ਰੂਪੀ ਧਨ ਨੂੰ ਹਰੇ ਹਰੇ ਘਾਹ ਦੇ ਉੱਪਰ ਚਾਰਦੇ ਪਏ। ਸੋ ਕਹਿਣ ਲੱਗੇ ਭਾਈ ਧਨ ਹਨ ਉਹ ਗਊਆਂ ਜਿਹੜੀਆਂ ਭਗਵਾਨ ਜੀ ਦੀ ਸੰਗਤ ਵਿੱਚ ਰਹਿ ਰਹੀਆਂ। ਧਨ ਹੈ ਉਹ ਘਾਹ ਜਿਹਨੂੰ ਚਰਾਉਣ ਵਾਸਤੇ ਆਪ ਜਾਂਦੇ ਨੇ। ਧਨ ਹੈ ਉਹ ਬਿੰਦਰਾਬਨ ਜਿੱਥੇ ਜਾ ਕੇ ਚਰਨ ਪਾਉਂਦੇ। ਸਾਰੇ ਧਨਤਾ ਯੋਗ ਹਨ। ਨਾਮੇ ਕਾ ਸੁਆਮੀ ਆਨੰਦ ਕਰੈ। ਨਾਮਦੇਵ ਜੀ ਕਹਿਣ ਲੱਗੇ ਜੋ ਸੁਆਮੀ ਭਗਵਾਨ ਕ੍ਰਿਸ਼ਨ ਜੀ ਉਹ ਖੂਬ ਆਨੰਦ ਪ੍ਰਾਪਤ ਕਰ ਰਹੇ ਹਨ। ਧਨਤਾ ਦੇ ਯੋਗ ਨੇ ਜਿਨ੍ਹਾਂ ਨੇ ਐਸਾ ਆਨੰਦ ਪ੍ਰਾਪਤ ਕੀਤਾ ਹੈ। ਉਹ ਮਾਤਾ ਵੀ ਧਨ ਹੈ, ਪਿਤਾ ਵੀ ਧਨ ਹੈ, ਉਹ ਕੰਬਲੀ ਵੀ ਧਨ ਹੈ, ਉਹ ਬਾਂਸਰੀ ਵੀ ਧਨ ਹੈ, ਉਹ ਬਿੰਦਰਾਬਨ ਵੀ ਧਨ ਹੈ, ਉਹ ਗਊਆਂ ਵੀ ਧਨ ਨੇ, ਉਹ ਗੋਪੀਆਂ ਵੀ ਧਨ ਨੇ ਜਿੱਥੇ ਰਹਿ ਕੇ ਭਗਵਾਨ ਕ੍ਰਿਸ਼ਨ ਜੀਆਂ ਨੇ ਐਸੇ ਜਿਹੜੇ ਕੌਤਕ ਨੇ ਉਹ ਰਚੇ ਹਨ। ਇਸ ਤਰ੍ਹਾਂ ਇਸੇ ਸ਼ਬਦ ਨੂੰ ਦੁਬਾਰਾ ਆਪਾਂ ਫਿਰ ਸਰਵਨ ਕਰਨ ਜਾ ਰਹੇ ਹਾਂ। ਧਨ ਧਨੋ ਰਾਮ ਬੇਨ ਬਾਜੈ। ਸਤਿਗੁਰੂ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਧਨ ਧਨ ਉਹ ਰਾਮ, ਉਹ ਜੋ ਰਾਮ ਰਮਿਆ ਹੋਇਆ ਹੈ ਨਾ ਪਰਮੇਸ਼ਰ, ਭਾਈ ਉਹ ਪਰਮੇਸ਼ਰ ਵੀ ਧਨ ਹੈ। ਦੂਜਾ ਅਰਥ ਜਿਹੜਾ ਹੈ ਗੁਰਮਤਿ ਦੇ ਅਨੁਸਾਰ ਜਿਸ ਨੂੰ ਗੁਰਬਾਣੀ ਸੰਬੋਧਨ ਕਰਦੀ ਉਹ ਪਰਮਾਤਮਾ ਹੈ।
ਕਹਿਣ ਲੱਗੇ ਧੰਨ ਧੰਨ ਉਹ ਰਾਮ, ਉਹ ਜੋ ਰਮਿਆ ਹੋਇਆ ਰਾਮ ਹੈ ਪਰਮੇਸ਼ਰ, ਉਹ ਧੰਨ ਹੈ ਭਾਈ, ਧਨਤਾ ਜੋਗ ਹੈ। ਮਦਰ ਮਦਰ ਧੁਨ ਅਨਹਦ ਗਾਜੈ। ਸੋ ਕਹਿਣ ਲੱਗੇ ਜਿਸ ਦੀ ਚੇਤਨ ਸਤਾ ਰੂਪੀ ਬੰਸਰੀ ਵੱਜ ਰਹੀ ਹੈ, ਬੇਨ ਬਾਜੈ। ਜਿਹੜੀ ਚੇਤਨ ਸਤਾ ਨਾ ਆਪਣੇ ਸਰੀਰਾਂ ਦੇ ਵਿੱਚ ਇੱਕ ਸ਼ਕਤੀ ਕੰਮ ਕਰਦੀ ਹੈ, ਜਿਸ ਨੂੰ ਪ੍ਰਕਾਸ਼ ਕਿਹਾ ਜਾਂਦਾ ਹੈ, ਜਿਸ ਨੂੰ ਜੋਤ ਕਿਹਾ ਜਾਂਦਾ ਹੈ, ਜਿਸ ਨੂੰ ਆਤਮਾ ਵੀ ਕਹਿ ਦਿੰਦੇ ਨੇ। ਕਹਿਣ ਲੱਗੇ ਭਾਈ ਇਹ ਆਤਮਾ ਜਿਹੜੀ ਸਾਡੇ ਸਰੀਰਾਂ ਵਿੱਚ ਕੰਮ ਕਰ ਰਹੀ ਹੈ, ਇਹ ਆਤਮਾ ਵੀ ਧਨ ਹੈ। ਇਹ ਚੇਤਨ ਸਤਾ ਰੂਪੀ ਬੰਸਰੀ ਹੈ ਜਿਹੜੀ ਹਰੇਕ ਹਿਰਦੇ ਵਿੱਚ ਵੱਜ ਰਹੀ ਹੈ, ਉਹ ਹਿਰਦੇ ਵੀ ਧਨ ਹਨ। ਉਹਨਾਂ ਹਿਰਦਿਆਂ ਵਿੱਚ ਉਹ ਚੇਤਨ ਸਤਾ ਪਰਮਾਤਮਾ ਦੀ ਉਹ ਵੀ ਧਨ ਹੈ। ਉਹ ਰਾਮ ਵੀ ਧਨ ਹੈ ਜਿਹੜਾ ਸਾਰਿਆਂ ਥਾਵਾਂ ਤੇ ਰਮਿਆ ਹੋਇਆ ਹੈ। ਮధుਰ ਮధుਰ ਧੁਨ ਅਨਹਦ ਗਾਜੈ। ਬ੍ਰਹਮਾਨੰਦ ਦੇ ਰਸ ਨੂੰ ਦੇਣ ਵਾਲੀ ਜਿਹੜੀ ਮਿੱਠੀ ਮਿੱਠੀ ਧੁਨ ਹੈ, ਚੇਤਨ ਸਤਾ ਦੀ ਜਿਹੜੀ ਧੁਨ ਅਨਹਦ ਬਾਜੈ, ਇੱਕ ਰਸ ਪ੍ਰਗਟ ਹੋ ਰਹੀ ਹੈ ਜਿਹੜੀ ਬ੍ਰਹਮਾ ਦੇ ਬ੍ਰਹਮ ਆਨੰਦ ਨੂੰ ਦੇਣ ਵਾਲੇ। ਸੋ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ ਨਾ, ਉਹਨਾਂ ਨੂੰ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਫਿਰ ਉਸ ਬ੍ਰਹਮ ਦਾ ਆਨੰਦ ਹਰ ਵੇਲੇ ਬਣਿਆ ਰਹਿੰਦਾ ਹੈ। ਕਹਿਣ ਲੱਗੇ ਭਾਈ ਐਸਾ ਬ੍ਰਹਮ ਦੇ ਆਨੰਦ ਨੂੰ ਦੇਣ ਵਾਲੀ ਜਿਹੜੀ ਚੇਤਨ ਸਤਾ ਰੂਪੀ ਬੰਸਰੀ ਹੈ, ਉਹ ਇੱਕ ਰਸ ਵੱਜ ਕੇ ਗੁਰਮੁਖਾਂ ਨੂੰ ਆਨੰਦ ਪ੍ਰਾਪਤ ਕਰਵਾ ਰਹੀ ਹੈ। ਰਾਉ ਧੰਨ ਧੰਨ ਮੇਘਾ ਰਮਾਵਲੀ। ਗੁਰਮੁਖੋ ਮੇਘਾ ਨਾਮ ਬਦਲਾਂ ਤੋਂ ਪੈਦਾ ਹੋਈ ਜਿਹੜੀ ਬਨਸਪਤੀ ਹੈ, ਜਿਸ ਬਨਸਪਤੀ ਦੇ ਵਿੱਚ ਵਿਰਾਟ ਰੂਪ ਪਰਮਾਤਮਾ ਦੀ ਰੁਮਾਵਲੀ ਹੈ। ਇਹ ਜਿੰਨੀ ਬਨਸਪਤੀ ਹੈ ਨਾ ਗੁਰਮੁਖੋ, ਜਿੰਨੇ ਰੁੱਖ ਨੇ, ਪੌਦੇ ਨੇ, ਘਾਹ ਵਗੈਰਾ, ਇਹ ਪਰਮਾਤਮਾ ਦੇ ਸਰੀਰ ਦੀ ਕਹਿ ਲਈਏ ਰੁਮਾਵਲੀ ਹੈ। ਜਿਵੇਂ ਸਾਡੇ ਸਰੀਰ ਦੇ ਉੱਪਰ ਵਾਲ ਉਗੇ ਹੋਏ ਨੇ, ਕੇਸ ਨੇ, ਰੋਮ ਨੇ, ਇਹ ਜਿੰਨੀ ਬਨਸਪਤੀ ਹੈ ਇਹ ਸਾਰੀ ਪ੍ਰਮਾਤਮਾ ਦੇ ਰੋਮ ਹੀ ਹਨ। ਧੰਨ ਧੰਨ ਮੇਘਾ, ਮੇਘਾ ਕਹੀਏ ਬਦਲਾ ਤੋਂ ਪੈਦਾ ਹੋਈ ਇਹ ਜਿਹੜੀ ਬਨਸਪਤੀ ਹੈ, ਇਹ ਰੁਮਾਵਲੀ ਦਾ ਰੂਪ ਹੈ। ਕਹਿਣ ਲੱਗੇ ਭਾਈ ਇਹ ਪ੍ਰਮਾਤਮਾ ਦਾ ਵਿਰਾਟ ਰੂਪ ਹੋਣ ਕਰਕੇ ਇਹ ਜਿਹੜੀ ਰੁਮਾਵਲੀ ਵੀ ਧਨਤਾ ਜੋਗ ਹੈ। ਇਹ ਜਿੰਨੀ ਵੀ ਸ੍ਰਿਸ਼ਟੀ ਵਿੱਚ ਇਹ ਜਿੰਨੇ ਵੀ ਰੁੱਖ ਪੌਦੇ ਪੈਦਾ ਹੋਏ, ਇਹ ਸਾਰੇ ਧਨਤਾ ਦੇ ਯੋਗ ਹਨ। ਧੰਨ ਧੰਨ ਕ੍ਰਿਸ਼ਨ ਓਡਾਏ ਕਾਮਲੀ। ਗੁਰਮੁਖੋ ਕ੍ਰਿਸ਼ਨ ਨਾਮ ਹੈ ਕਾਲਖ ਦਾ, ਕਾਲਖ ਰੂਪ ਹੈ ਮਾਇਆ। ਇਹ ਜੋ ਮਾਇਆ ਹੈ, ਉਸ ਮਾਇਆ ਰੂਪੀ ਕੰਬਲੀ ਨੂੰ ਜੋ ਉੱਡਣ ਵਾਲਾ ਅਰਥਾਤ ਮਾਇਆ ਦੇ ਸਮੇਤ ਹੋਣ ਵਾਲਾ ਜਿਹੜਾ ਪਰਮਾਤਮਾ, ਉਹ ਧਨ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇਹ ਕ੍ਰਿਸ਼ਨ ਨਾਮ ਕਾਲਖ ਦਾ ਹੈ ਤੇ ਕਾਲਖ ਰੂਪ ਹੈ ਮਾਇਆ। ਮਾਇਆ ਸਬਲ ਹੈ ਪਰਮਾਤਮਾ। ਕਹਿਣ ਲੱਗੇ ਭਾਈ ਉਹ ਪਰਮਾਤਮਾ ਧਨਤਾ ਦੇ ਯੋਗ ਹੈ, ਜਿਸ ਨੇ ਇਸ ਮਾਇਆ ਨੂੰ ਆਪਣੇ ਹੁਕਮ ਦੇ ਵਿੱਚ ਰੱਖਿਆ ਹੋਇਆ ਹੈ ਅਤੇ ਬ੍ਰਹਮ ਆਨੰਦ ਦੀ ਯੋਗਤਾ ਨੂੰ ਦੇਣ ਵਾਲਾ, ਬ੍ਰਹਮ ਆਨੰਦ ਦੇ ਯੋਗ ਨੂੰ ਪਰਮਾਤਮਾ ਬਖਸ਼ਿਸ਼ ਕਰਨ ਵਾਲਾ ਹੈ। ਧੰਨ ਧੰਨ ਤੂੰ ਮਾਤਾ ਦੇਵ ਕੀ। ਸੋ ਦੇਵ ਨਾਮ ਹੈ ਪ੍ਰਕਾਸ਼ ਦਾ, ਜੋ ਪ੍ਰਕਾਸ਼ ਸਰੂਪ ਜੋ ਪਰਮਾਤਮਾ ਹੈ, ਉਸ ਦੀ ਪ੍ਰਾਪਤੀ ਦੇ ਕਰਾਉਣ ਵਾਲੀ ਜਿਹੜੀ ਸ੍ਰੇਸ਼ਟ ਮੱਤ ਹੈ ਨਾ, ਉਹ ਹੀ ਮਾਤਾ ਹੈ। ਕਹਿਣ ਲੱਗੇ ਭਾਈ ਦੇਵ ਕੀ, ਦੇਵ ਨਾਮ ਹੈ ਪ੍ਰਕਾਸ਼ ਦਾ, ਜੋ ਸਰੀਰਾਂ ਦੇ ਅੰਦਰ ਪ੍ਰਕਾਸ਼ ਕਰਨ ਵਾਲਾ ਪਰਮਾਤਮਾ ਦਾ ਸਰੂਪ ਹੈ, ਉਸ ਦੀ ਪ੍ਰਾਪਤੀ ਕਰਾਉਣ ਵਾਲੀ ਜਿਹੜੀ ਸ੍ਰੇਸ਼ਟ ਮੱਤ ਹੈ। ਕਿਉਂਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁਝੀਐ, ਅਕਲੀ ਕੀਚੈ ਦਾਨ। ਇਹ ਜਿਹੜੀ ਸ੍ਰੇਸ਼ਟ ਮੱਤ ਹੈ, ਇਹਦੇ ਨਾਲ ਪਰਮਾਤਮਾ ਮਿਲਦਾ ਹੈ। ਕਹਿਣ ਲੱਗੇ ਸ੍ਰੇਸ਼ਟ ਮੱਤ ਰੂਪੀ ਜਿਹੜੀ ਮਾਤਾ ਹੈ, ਇਹ ਵੀ ਧਨਤਾ ਯੋਗ ਹੈ, ਜਿਸ ਮਤ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ। ਜਿਹੇ ਗ੍ਰਹਿ ਰਮਈਆ ਕਮਲਾਪਤੀ। ਜਿਸ ਸ੍ਰੇਸ਼ਟ ਮਤ ਦੇ ਕਰਕੇ ਹਿਰਦੇ ਰੂਪੀ ਘਰ ਦੇ ਵਿੱਚ ਕਮਲਾਪਤੀ, ਲక్ష్ਮੀ ਦਾ ਜੋ ਪਤੀ ਪਰਮਾਤਮਾ ਮਤ ਦੇ ਅੰਦਰ ਪ੍ਰਗਟ ਹੁੰਦਾ ਹੈ। ਧੰਨ ਧੰਨ ਬਨਖੰਡ ਬਿੰਦਰਾ ਬਨਾ। ਮਹਾਰਾਜ ਕਹਿਣ ਲੱਗੇ ਧੰਨ ਧੰਨ ਬਨਖੰਡ ਬਿੰਦਰਾ ਬਨਾ। ਉਹ ਅੰਤःਕਰਨ ਰੂਪੀ ਬਨ, ਉਹ ਵੀ ਧਨ ਹੈ, ਅੰਤःਕਰਨ ਵੀ ਧਨ ਹੈ ਤੇ ਖੰਡ ਨਾਮ ਹੈ ਗੁਰਮੁਖੋ ਹਿੱਸੇ ਦਾ, ਜੋ ਸਾਡੇ ਸਰੀਰ ਦਾ ਇੱਕ ਹਿੱਸਾ ਹੈ, ਜਿਸ ਨੂੰ ਅੰਤःਕਰਨ ਕਿਹਾ ਜਾਂਦਾ ਹੈ। ਉਹ ਅੰਤःਕਰਨ ਵੀ ਭਾਈ ਧਨ ਹੈ।
ਜਿਸ ਦੇ ਵਿੱਚ ਪਰਮਾਤਮਾ ਆ ਕੇ ਪ੍ਰਗਟ ਹੁੰਦਾ ਹੈ। ਜਹ ਖੇਲੈ ਸ੍ਰੀ ਨਰਾਇਣਾ, ਜਿਸ ਅੰਤःਕਰਨ ਦੇ ਵਿੱਚ, ਹਿਰਦੇ ਦੇ ਵਿੱਚ ਸ੍ਰੀ ਨਰਾਇਣਾ, ਸ੍ਰੀ ਪਰਮੇਸ਼ਰ ਹਿਰਦੇ ਰੂਪੀ ਘਰ ਦੇ ਵਿੱਚ ਆ ਕੇ ਖੇਡਦਾ ਹੈ, ਭਾਵ ਕੇ ਕੌਤਕ ਕਰਦਾ ਹੈ, ਉਹ ਹਿਰਦਾ ਵੀ ਧਨ ਹੈ। ਬੇਨ ਬਜਾਵੈ ਗੋਦਨ ਚਰੈ, ਇਸ ਕਰਕੇ ਬੇਨ ਬਜਾਵੈ, ਜੋ ਚੇਤਨ ਸਤਾ ਰੂਪੀ ਬੇਨ ਨੂੰ ਵਜਾਉਂਦਾ ਹੈ। ਸਾਡੇ ਅੰਦਰ ਹਰਕਤ ਹੋ ਰਹੀ ਹੈ ਨਾ, ਸਾਡਾ ਸਰੀਰ ਚੱਲਦਾ ਫਿਰਦਾ, ਉੱਠਦਾ ਬੈਠਦਾ, ਇਹ ਸਾਰੀ ਉਹਦੀ ਚੇਤਨ ਸਤਾ ਦੇ ਨਾਲ ਹੋ ਰਿਹਾ, ਜਿਸ ਨੂੰ ਆਪਾਂ ਕਹਿੰਦੇ ਆ ਆਤਮਾ ਦੇ ਨਾਲ ਹੋ ਰਿਹਾ। ਕੋਈ ਆਖਦਾ ਜੋਤ ਹੈ ਤੇ ਤਾਂ ਹੋ ਰਿਹਾ ਹੈ। ਇਹ ਜਿਹੜੀ ਸਾਡੇ ਅੰਦਰ ਚੇਤਨ ਸਤਾ ਕੰਮ ਕਰ ਰਹੀ ਹੈ, ਜਿਹਦੇ ਕਰਕੇ ਅਸੀਂ ਚੱਲਦੇ ਫਿਰਦੇ ਹਾਂ। ਕਹਿਣ ਲੱਗੇ ਭਾਈ ਉਹ ਚੇਤਨ ਸਤਾ ਰੂਪੀ ਬਾਂਸਰੀ ਨੂੰ ਵਜਾਉਣ ਵਾਲਾ ਉਹ ਧਨ ਹੈ। ਗੋ ਧਨ ਚਰੈ, ਇੰਦਰੀਆਂ ਰੂਪੀ ਗਊਆਂ ਨੂੰ ਸਾਖੀ ਰੂਪ ਹੋ ਕੇ ਚਰਾਉਂਦਾ ਪਿਆ ਹੈ। ਧਨਤਾ ਦੇ ਯੋਗ ਹੈ ਉਹ ਪਰਮਾਤਮਾ। ਨਾਮੇ ਕਾ ਸੁਆਮੀ ਆਨੰਦ ਕਰੈ, ਨਾਮਦੇਵ ਜੀ ਕਹਿਣ ਲੱਗੇ ਸਾਡਾ ਉਹ ਸੁਆਮੀ ਜੋ ਮਾਲਕ ਪਰਮੇਸ਼ਰ ਹੈ, ਉਹ ਭਾਈ ਇਸ ਤਰ੍ਹਾਂ ਸਾਰੇ ਥਾਵਾਂ 'ਤੇ ਆਨੰਦ ਕਰ ਰਿਹਾ ਹੈ। ਇਹ ਦੂਜਾ ਅਰਥ ਵਿਦਵਾਨਾਂ ਨੇ ਸਮਝਾਉਣ ਵਾਸਤੇ ਅਕਾਲ ਪੁਰਖ ਨੂੰ ਸੰਬੋਧਨ ਕੀਤਾ ਹੈ ਕਿ ਉਹ ਪਰਮਾਤਮਾ ਇਸ ਤਰ੍ਹਾਂ ਭਾਈ ਸਾਰੇ ਕੌਤਕ ਕਰਦਾ ਹੈ। ਮੇਰੋ ਬਾਪ ਮਾਧੋ ਤੂੰ ਧਨ, ਸੋ ਕਹਿਣ ਲੱਗੇ ਭਗਤ ਨਾਮਦੇਵ ਜੀ ਇਹ ਸ਼ਬਦ ਦੇ ਦੁਆਰਾ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ, ਦੂਜਾ ਸ਼ਬਦ ਇਥੋਂ ਬਖਸ਼ਿਸ਼ ਕਰਦੇ ਹਨ। ਮੇਰੋ ਬਾਪ ਮਾਧੋ ਤੂੰ ਧਨ, ਕਹਿਣ ਲੱਗੇ ਭਾਈ ਉਹ ਜੋ ਮੇਰੋ ਬਾਪ ਮੇਰਾ ਪਿਤਾ ਹੈ, ਮਾਧੋ ਕਹੀਏ ਉਹ ਮਾਇਆ ਦਾ ਪਤੀ ਹੈ। ਮਾਇਆ ਦਾ ਪਤੀ ਜੋ ਸਾਡਾ ਬਾਪ, ਜਿਸ ਨੂੰ ਪਰਮੇਸ਼ਰ ਆਖਿਆ ਜਾਂਦਾ ਹੈ, ਤੂੰ ਧਨ ਤੇ ਉਹ ਧਨਤਾ ਦੇ ਯੋਗ ਹੈ ਭਾਈ। ਕੇਸੋ ਸਾਵਲਿਓ ਬਿਠਲਾਏ, ਕੇਸੋ ਉਹ ਜੋ ਕੇਸੋ ਕੇਸ਼ਵ ਹੈ, ਜਲ ਵਿੱਚ ਸੈਨ ਕਰਨ ਵਾਲਾ, ਜਲ ਦੇ ਵਿੱਚ ਆਰਾਮ ਕਰਨ ਵਾਲਾ, ਤਾਂ ਉਸ ਨੂੰ ਕੇਸੋ ਆਖਿਆ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਜਲ ਦੇ ਵਿੱਚ ਸੈਨ ਕਰਨ ਵਾਲਾ, ਆਰਾਮ ਕਰਨ ਵਾਲਾ ਜੋ ਕੇਸੋ ਪ੍ਰਮਾਤਮਾ ਹੈ। ਸਾਵਲਿਓ ਉਹ ਸਾਂਵਲੇ ਰੰਗ ਵਾਲਾ ਹੈ, ਬੜਾ ਸੁੰਦਰ ਸਰੂਪ ਹੈ। ਬੀਠ ਲਾਏ ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਲਹਿਤਾ ਕਰਨ ਵਾਲਾ ਹੈ। ਇਹ ਬੀਠਲ ਨਾਮ ਪ੍ਰਮਾਤਮਾ ਦਾ ਹੀ ਹੈ। ਕਹਿਣ ਲੱਗੇ ਇੱਕ ਭਗਤ ਸੀਗਾ ਰੱਬ ਦਾ, ਉਹ ਹਰ ਵੇਲੇ ਰੱਬ ਦੀ ਭਗਤੀ ਕਰਿਆ ਕਰੇ ਤੇ ਆਪਣੇ ਸਰਾਣੇ ਇੱਕ ਇੱਟ ਰੱਖਿਆ ਕਰੇ। ਲੰਮੇ ਪੈਣ ਵੇਲੇ ਇੱਟ ਜਿਹੜੀ ਹੈ ਸਰਾਣੇ ਰੱਖ ਲਿਆ ਕਰੇ, ਲੰਮੇ ਪਿਆ ਵੀ ਬੰਦਗੀ ਕਰੀ ਜਾਇਆ ਕਰੇ। ਜਦੋਂ ਭਗਵਾਨ ਜੀ ਪ੍ਰਗਟ ਹੋਏ ਨਾ, ਤੇ ਇਸ ਭਗਤ ਨੇ ਸੋਚਿਆ ਵੀ ਮੇਰੇ ਕੋਲ ਦੇਣ ਵਾਸਤੇ ਤੇ ਕੁਝ ਵੀ ਨਹੀਂ ਹੈ। ਭੇਟਾ ਦੇ ਰੂਪ ਦੇ ਵਿੱਚ ਉਹ ਜਿਹੜੀ ਸਰਾਣੇ ਇੱਟ ਰੱਖੀ ਸੀ ਨਾ, ਉਹ ਇੱਟ ਹੀ ਆਪਣੇ ਸਰਾਣੇ ਤੋਂ ਚੁੱਕ ਕੇ ਭਗਵਾਨ ਦੇ ਅੱਗੇ ਰੱਖ ਕੇ ਆਖਿਆ ਇਹੋ ਹੀ ਭੇਟਾ ਹੈ, ਇਹਨੂੰ ਆਪ ਅੰਗੀਕਾਰ ਕਰ ਲਓ। ਉਹਦੀ ਇੱਟ ਨੂੰ ਹੀ ਅੰਗੀਕਾਰ ਕਰ ਲਿਆ ਸੀ। ਸੋ ਦੱਖਣ ਦੇ ਵਿੱਚ ਇੱਟ ਨੂੰ ਬੀਠਲ ਆਖਿਆ ਜਾਂਦਾ ਹੈ, ਤਾਂ ਹੀ ਉਹਦਾ ਨਾਮ ਪੈ ਗਿਆ ਬੀਠਲ। ਬੀਠ ਨਾਮ ਇੱਟ ਦਾ। ਇੱਟ ਦੀ ਭੇਟਾ ਦੇਣ ਵਾਲਾ ਜੋ ਭਗਤ ਹੈ, ਉਹਨੇ ਪ੍ਰਮਾਤਮਾ ਨੂੰ ਇੱਟ ਦੀ ਜਦੋਂ ਭੇਟਾ ਦਿੱਤੀ, ਪ੍ਰਮਾਤਮਾ ਨੇ ਉਹੀ ਅੰਗੀਕਾਰ ਕਰ ਲਈ, ਉਹਨੂੰ ਫਿਰ ਬੀਠਲ ਕਹਿਣ ਲੱਗ ਪਏ। ਇੱਥੇ ਬਚਨ ਆ ਗਿਆ ਕੇਸੋ ਸਾਵਲਿਓ ਬੀਠ ਲਾਏ। ਬੀਠ ਲਾਏ ਤੋਂ ਭਾਵ ਜਿਹੜਾ ਬੀਠਲ ਪ੍ਰਮਾਤਮਾ ਹੈ, ਜਿਹਨੇ ਭਗਤ ਦੀ ਇੱਟ ਪ੍ਰਵਾਨ ਕਰ ਲਈ, ਉਹ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਸਾਰਿਆਂ ਨੂੰ ਜਨਮ ਦੇਣ ਵਾਲਾ ਹੈ, ਸਾਰਿਆਂ ਦੀ ਲਹਿਤਾ ਕਰਨ ਵਾਲਾ, ਸੰਘਾਰਨ ਵਾਲਾ ਹੈ। ਐਸਾ ਉਹ ਸੁੰਦਰ ਸਰੂਪ ਪ੍ਰਮਾਤਮਾ ਹੈ। ਰਾਉ ਕਰ ਧਰੇ ਚੱਕਰ ਬੈਕੁੰਠ ਤੇ ਆਏ, ਬੈਕੁੰਠ ਧਾਮ ਤੋਂ ਹੱਥ ਵਿੱਚ ਚੱਕਰ ਲੈ ਕੇ, ਜਿਸ ਨੂੰ ਸੁਦਰਸ਼ਨ ਚੱਕਰ ਕਿਹਾ ਜਾਂਦਾ, ਲੈ ਕੇ ਆਏ ਹਨ। ਗਾਜ ਹਸਤੀ ਕੇ ਪ੍ਰਾਣ ਉਧਾਰੀਲੇ, ਕਾਹਦੇ ਵਾਸਤੇ? ਕਹਿਣ ਲੱਗੇ ਗਾਜ ਹਸਤੀ ਜਿਹੜਾ ਐਰਾਵਤ ਹਾਥੀ ਹੈ ਨਾ, ਉਹਦੇ ਪ੍ਰਾਣ ਬਚਾਉਣ ਵਾਸਤੇ ਆਏ ਭਗਵਾਨ ਕ੍ਰਿਸ਼ਨ ਜੀ। ਲੰਮੀ ਸਾਖੀ ਹੈ। ਕਹਿਣ ਲੱਗੇ ਦੇਵਤਿਆਂ ਦੀ ਸਭਾ ਦੇ ਵਿੱਚ ਨਾ ਹਾਹਾ ਤੇ ਹੂਹੂ ਨਾਮ ਦੇ ਦੋ ਗੰਧਰਵ ਹੋਏ, ਰਾਗੀ ਹੋਏ, ਰਾਗ ਵਿਦਿਆ ਪੜ੍ਹਨ ਵਾਲੇ। ਦੋਨੇ ਜਾਣੇ ਬੜੀ ਸੋਹਣੀ ਰਾਗ ਵਿਦਿਆ ਤੇ ਬੜੀ ਸੋਹਣੀ ਇਹਨਾਂ ਦੀ ਆਵਾਜ਼ ਹੈ, ਤੇ ਦੋਨੇ ਜਾਣੇ ਜਿਦੋਂ ਜਿਦੀ ਬੜੇ ਸੋਹਣੇ ਰਾਗ ਗਾ ਗਾ ਕੇ ਦੇਵਤਿਆਂ ਨੂੰ ਸੁਣਾਉਂਦੇ। ਤੇ ਗੁਰਮੁਖੋ ਜਦੋਂ ਦੋ ਗੁਣੀ ਬੰਦੇ ਬਰਾਬਰ ਦੇ ਹੋ ਜਾਣ ਤੇ ਫਿਰ ਈਰਖਾ ਸੁਭਾਵਿਕ ਹੀ ਹੋ ਜਾਂਦੀ ਹੈ ਮਨ ਦੇ ਵਿੱਚ, ਵੀ ਮੈਂ ਚੰਗਾ ਗਾਉਂਦਾ ਹਾਂ, ਮੈਂ ਬਹੁਤਾ ਗੁਣੀ ਹਾਂ। ਦੂਜੇ ਦੇ ਮਨ ਵਿੱਚ ਆ ਗਿਆ ਮੈਂ ਬਹੁਤਾ ਗੁਣੀ ਹਾਂ। ਇਹ ਜਿਹੜੇ ਦੋਨੇ ਗੰਧਰਵ ਸਨ, ਆਪਣੇ ਆਪ ਨੂੰ ਚੰਗਾ ਤੇ ਸ੍ਰੇਸ਼ਟ ਬਣਾਉਣ ਵਾਸਤੇ
ਬਹੁਤੀ ਵਿਦਿਆ ਗਾ ਗਾ ਕੇ ਦੇਵਤਿਆਂ ਨੂੰ ਸੁਣਾਇਆ ਕਰਨ। ਇੱਕ ਵਾਰੀ ਇਹ ਦੋਨੇ ਜਾਣੇ ਹਾਹਾ ਤੇ ਹੂਹੂ ਇੰਦਰ ਰਾਜੇ ਕੋਲ ਚਲੇ ਗਏ। ਕਹਿਣ ਲੱਗੇ ਜੀ ਅੱਜ ਸਾਡੇ ਦੋਨਾਂ ਕੋਲੋਂ ਰਾਗ ਵਿਦਿਆ ਸੁਣੋ, ਜਿਹੜਾ ਬਹੁਤੀ ਵਿਦਿਆ ਤੁਹਾਨੂੰ ਵਧੀਆ ਸੁਣਾਵੇਗਾ ਨਾ ਉਹਨੂੰ ਤੁਸੀਂ ਜੈ ਪੱਤਰ ਬਖਸ਼ਿਸ਼ ਕਰਨਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪ੍ਰਮਾਣ ਪੱਤਰ ਦੇਣਾ ਵੀ ਇਹ ਸਭ ਤੋਂ ਚੰਗਾ ਹੈ, ਇਹਨੇ ਵਧੀਆ ਦੂਜੇ ਨਾਲੋਂ ਗਾਇਆ ਹੈ। ਇੰਦਰ ਰਾਜਾ ਕਹਿਣ ਲੱਗਾ ਠੀਕ ਹੈ। ਦੋਨਾਂ ਜਾਣਿਆਂ ਨੇ ਆਪਣੀ ਰਾਗ ਵਿਦਿਆ ਸੁਣਾਈ। ਇੰਦਰ ਸੁਣਦਾ ਰਿਹਾ। ਜਦੋਂ ਸੁਣ ਕੇ ਸਮਾਪਤੀ ਕੀਤੀ ਨਾ, ਉਸ ਵੇਲੇ ਇਹਨਾਂ ਦੋਨਾਂ ਰਾਗੀਆਂ ਨੇ, ਰਾਗ ਗਾਉਣ ਵਾਲਿਆਂ ਨੇ ਆਖਿਆ ਜੀ ਹੁਣ ਸਾਨੂੰ ਨਿਰਣਾ ਕਰੋ ਵੀ ਕਿੰਨੇ ਵਧੀਆ ਗਾਇਆ, ਜੈ ਪੱਤਰ ਦਿਓ। ਅਤੇ ਉਸ ਵੇਲੇ ਇੰਦਰ ਰਾਜਾ ਕਹਿਣ ਲੱਗਾ ਵੀ ਮੈਨੂੰ ਤਾਂ ਰਾਗ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਰਾਗ ਤੁਸੀਂ ਗਾਇਆ, ਬੜੀ ਚੰਗੀ ਗੱਲ ਕੀਤੀ ਹੈ, ਪਰ ਮੈਨੂੰ ਕੋਈ ਬਹੁਤਾ ਇਸ ਬਾਰੇ ਗਿਆਨ ਨਹੀਂ ਹੈ ਵੀ ਰਾਗ ਵਿਦਿਆ ਦਾ ਨਿਰਣਾ ਕਿਵੇਂ ਕਰੀਦਾ ਹੈ। ਤੁਸੀਂ ਇਸ ਤਰ੍ਹਾਂ ਕਰੋ, ਇੱਕ ਦੇਵਲ ਨਾਮ ਦਾ ਰਿਖੀ ਬੈਠਾ ਹੈ, ਤਪ ਕਰਦਾ ਪਿਆ, ਉਸ ਦੇਵਲ ਰਿਖੀ ਕੋਲ ਚਲੇ ਜਾਓ, ਉਹਨੂੰ ਜਾ ਕੇ ਰਾਗ ਸੁਣਾਓ, ਉਹਨੂੰ ਬੜਾ ਗਿਆਨ ਹੈ, ਉਹ ਤੁਹਾਡਾ ਨਿਰਣਾ ਕਰੇਗਾ। ਕਹਿਣ ਲੱਗੇ ਠੀਕ ਹੈ। ਦੋਨੇ ਜਾਣੇ ਚਲਦਿਆਂ ਚਲਦਿਆਂ ਰਿਖੀ ਦੇ ਪਾਸ ਪਹੁੰਚ ਗਏ। ਹੁਣ ਰਿਖੀ ਆਪਣੀ ਸਮਾਧੀ ਵਿੱਚ ਬੈਠਾ ਹੈ। ਦੋਨੇ ਜਾਣੇ ਮੱਥਾ ਟੇਕ ਕੇ ਕੁਝ ਸਮਾਂ ਬੈਠੇ ਰਹੇ। ਹੁਣ ਰਾਗੀਆਂ ਨੂੰ ਆਦਤ ਹੁੰਦੀ ਹੈ ਵੀ ਚੁੱਪ ਕਰਕੇ ਨਹੀਂ ਬੈਠ ਸਕਦੇ। ਉਹਨਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ, ਆਗਿਆ ਨਹੀਂ ਲਈ ਹੈ। ਬਿਨਾਂ ਹੀ ਆਗਿਆ ਤੋਂ ਇੱਕ ਜਾਣੇ ਨੇ ਥੋੜ੍ਹਾ ਜਿਹਾ ਗਾਇਆ, ਉਹਦੇ ਵੱਲ ਵੇਖ ਕੇ ਦੂਜੇ ਨੇ ਹੋਰ ਜ਼ਿਆਦਾ ਗਾ ਦਿੱਤਾ, ਫਿਰ ਗਾ ਦਿੱਤਾ। ਗਾਉਂਦੇ ਰਹੇ ਦੋਨੇ ਜਾਣੇ। ਗਾਉਂਦਿਆਂ ਗਾਉਂਦਿਆਂ ਵਾਰ-ਵਾਰ ਰਿਖੀ ਦੇ ਮੂੰਹ ਵੱਲ ਵੇਖਦੇ ਵੀ ਇਹ ਹੁਣ ਅੱਖਾਂ ਖੋਲ੍ਹੇ ਅਤੇ ਸਾਨੂੰ ਆਖੇ ਵੀ ਤੁਸੀਂ ਬੜਾ ਸੋਹਣਾ ਗਾਇਆ ਹੈ। ਉਹ ਰਿਖੀ ਸਮਾਧੀ ਵਿੱਚ ਬੈਠਾ ਰਿਹਾ। ਉਹਨੇ ਇਹਨਾਂ ਨਾਲ ਕੋਈ ਸੱਤ ਦਾ ਬਚਨ ਕੀਤਾ ਹੀ ਨਹੀਂ। ਜਦੋਂ ਗਾ ਗਾ ਕੇ ਥੱਕ ਗਏ ਨਾ, ਅਤੇ ਉਸ ਵੇਲੇ ਦੋਨੇ ਜਾਣੇ ਗੱਲਾਂ ਕਰਨ ਲੱਗ ਪਏ। ਕਹਿਣ ਲੱਗੇ ਕਿਹੋ ਜਿਹਾ ਮੂਰਖ ਰਿਖੀ ਹੈ, ਆਪਾਂ ਇਹਦੇ ਕੋਲ ਰਾਗ ਗਾਉਂਦੇ ਪਏ, ਇਹਨੂੰ ਸਾਡੇ ਰਾਗ ਦੀ ਕਦਰ ਹੀ ਕੋਈ ਨਹੀਂ ਹੈ। ਇਹ ਤਾਂ ਕੋਈ ਮੂਰਖ ਹੀ ਹੈ। ਮੂਰਖ ਦੇ ਅੱਗੇ ਆਪਾਂ ਐਵੇਂ ਰਾਗ ਗਾਉਂਦੇ ਪਏ, ਇਹਨੂੰ ਕੀ ਸਮਝ ਹੈ ਰਾਗ ਦੀ। ਜਦੋਂ ਐਸਾ ਬਚਨ ਕੀਤਾ, ਉਸ ਵੇਲੇ ਉਹ ਜਿਹੜਾ ਰਿਖੀ ਸੀ ਉਸਨੇ ਆਪਣੇ ਨੇਤਰ ਖੋਲ੍ਹੇ। ਕਹਿਣ ਲੱਗਾ ਤੁਸੀਂ ਆਪਣੇ ਆਪ ਨੂੰ ਗੰਧਰਵ ਕਹਿੰਦੇ ਜੇ, ਆਪਣੇ ਆਪ ਨੂੰ ਗਵਈਏ ਕਹਿੰਦੇ, ਰਾਗ ਪੜ੍ਹਨ ਵਾਲੇ। ਤੁਹਾਨੂੰ ਤਾਂ ਅਕਲ ਹੀ ਕੋਈ ਨਹੀਂ, ਤੁਹਾਡੀ ਤਾਂ ਬਿਰਤੀ ਪਸ਼ੂਆਂ ਵਾਲੀ ਹੈ। ਜਾਓ ਜਾ ਕੇ ਮਰ ਕੇ ਪਸ਼ੂਆਂ ਦੀ ਬਿਰਤੀ ਵਾਲੇ ਜੀਵ ਬਣ ਜਾਓ। ਇੱਕ ਨੂੰ ਆਖਿਆ ਹਾਥੀ ਬਣ ਕੇ ਤੂੰ ਇਸ ਤਰ੍ਹਾਂ ਦੁਨੀਆ ਦੇ ਵਿੱਚ ਵਿਚਰੇਂਗਾ ਅਤੇ ਤੇਰਾ ਸਰੀਰ ਬੜਾ ਵੱਡਾ ਹੋ ਜਾਏਗਾ ਆਕਾਰ। ਦੂਜੇ ਨੂੰ ਆਖਿਆ ਜਾ ਜਾ ਕੇ ਪਾਣੀ ਦਾ ਜੀਵ ਤੂੰ ਤੇਂਦੂਆ ਬੰਨਾ ਕਰ। ਜਦੋਂ ਦੇਵਲ ਰਿਖੀ ਨੇ ਸ਼ਰਾਪ ਦਿੱਤਾ, ਫਿਰ ਦੋਨਾਂ ਜਾਣਿਆਂ ਨੇ ਪੈਰ ਫੜ ਲੈ। ਕਹਿਣ ਲੱਗੇ ਜੀ ਸਾਡੀ ਮੁਕਤੀ ਵੀ ਕਰ ਦਿਓ, ਸ਼ਰਾਪ ਤੇ ਮਿਲਿਆ ਹੈ। ਰਿਖੀ ਜੀ ਕਹਿਣ ਲੱਗੇ ਜਿਵੇਂ ਤੁਸੀਂ ਹੁਣ ਈਰਖਾ ਕਰਦੇ ਪਏ ਹੋ, ਅਗਲੇ ਜਨਮ ਦੇ ਵਿੱਚ ਵੀ ਇਸੇ ਤਰ੍ਹਾਂ ਈਰਖਾ ਕਰਕੇ ਇੱਕ ਦੂਜੇ ਨਾਲ ਤੁਹਾਡਾ ਵੈਰ ਵਧੇਗਾ। ਉਸ ਵੇਲੇ ਤੁਹਾਡੀ ਫਿਰ ਰੱਖਿਆ ਹੋਵੇਗੀ। ਗੁਰਮੁਖੋ ਸਮਾਂ ਬਤੀਤ ਹੁੰਦਾ ਗਿਆ। ਇੱਕ ਹਾਥੀ ਬਣ ਕੇ ਜੰਗਲ ਵਿੱਚ ਪੈਦਾ ਹੋ ਗਿਆ, ਇੱਕ ਤੇਂਦੂਆ ਬਣ ਕੇ ਪਾਣੀ ਵਿੱਚ ਪੈਦਾ ਹੋਇਆ। ਹਾਥੀ ਦਾ ਬਹੁਤ ਵੱਡਾ ਪਰਿਵਾਰ ਹੋ ਗਿਆ। ਕਈ ਹਥਨੀਆਂ ਇਸ ਦੇ ਨਾਲ ਰਹਿੰਦੀਆਂ, ਉਹਨਾਂ ਹਥਨੀਆਂ ਤੋਂ ਕਈ ਬੱਚੇ ਪੈਦਾ ਹੋਏ। ਵੱਡੇ ਪਰਿਵਾਰ ਵਾਲਾ ਹਾਥੀ ਬਣ ਗਿਆ। ਇੱਕ ਵਾਰੀ ਆਪਣੇ ਪਰਿਵਾਰ ਦੇ ਸਮੇਤ ਇਹ ਨਦੀ 'ਤੇ ਪਾਣੀ ਪੀਣ ਵਾਸਤੇ ਗਿਆ। ਜਦੋਂ ਅਜੇ ਪਾਣੀ ਵਿੱਚ ਵੜਿਆ ਹੀ ਹੈ, ਉਹ ਤੇਂਦੂਆ ਪਹਿਲਾਂ ਹੀ ਇਹਨੂੰ ਉਡੀਕਦਾ ਪਿਆ ਸੀ। ਆਪਣਾ ਵੈਰ ਚੇਤੇ ਕਰਕੇ ਉਹਨੇ ਆਪਣੀਆਂ ਤਾਰਾਂ ਦੇ ਨਾਲ ਇਸ ਨੂੰ ਗਰਸ ਲਿਆ। ਬੜੀਆਂ ਚੀਕਾਂ ਮਾਰੀਆਂ ਹਾਥੀ ਨੇ ਕਿ ਮੇਰੀ ਮਦਦ ਕਰੋ। ਜਿਹੜੇ ਇਸ ਦੇ ਬੱਚੇ ਸਨ ਹਾਥੀ ਦੇ, ਉਹ ਵੀ ਪਾਣੀ ਪੀ ਕੇ ਬਾਹਰ ਨਿਕਲ ਆਏ। ਜਿਹੜੀਆਂ ਹਥਨੀਆਂ ਸਨ ਇਸ ਦੀਆਂ ਘਰ ਵਾਲੀਆਂ, ਉਹ ਵੀ ਪਾਣੀ ਪੀ ਕੇ ਬਾਹਰ ਕੰਢੇ 'ਤੇ ਆ ਕੇ ਖੜ੍ਹ ਗਈਆਂ। ਇਸ ਹਾਥੀ ਵੱਲ ਵੇਖੀ ਜਾਣ ਪਰ ਮਦਦ ਕੋਈ ਨਾ ਕਰੇ। ਉਸ ਵੇਲੇ ਹਾਥੀ ਨੇ ਜਾਣਿਆ ਵੀ ਇਹ ਨਹੀਂ ਮੈਨੂੰ ਬਚਾ ਸਕਦੇ। ਕਈ ਦਿਨ ਉਸ ਤੇਂਦੂਏ ਦੇ ਨਾਲ ਜੰਗ ਕਰਦਾ ਰਿਹਾ। ਜਦੋਂ ਵੇਖਿਆ ਵੀ ਮੈਂ ਕਮਜ਼ੋਰ ਪੈ ਰਿਹਾ ਹਾਂ, ਮੈਨੂੰ ਇਹ ਖਿੱਚ ਕੇ ਪਾਣੀ ਵਿੱਚ ਲੈ ਗਿਆ ਔਰ ਮੈਂ ਡੁੱਬ ਚੱਲਿਆ ਹਾਂ। ਕਹਿੰਦੇ ਉਸ ਵੇਲੇ ਕਮਲ ਦਾ ਫੁੱਲ ਇੱਕ ਪਾਣੀ ਵਿੱਚ ਰੁੜ ਕੇ ਆਉਂਦਾ ਹੈ। ਆਪਣੀ ਸੁੰਡ ਦੇ ਨਾਲ ਫੜ ਕੇ ਉਹ ਫੁੱਲ ਆਕਾਸ਼ ਦੇ ਵੱਲ ਕਰਕੇ ਰੱਬ ਦੇ ਅੱਗੇ ਫਰਿਆਦ ਕੀਤੀ ਹੈ, ਪਰਮਾਤਮਾ ਮੈਨੂੰ ਬਚਾ। ਉਸ ਵੇਲੇ ਭਗਵਾਨ ਨੇ ਸੁਦਰਸ਼ਨ ਚੱਕਰ ਲਿਆ ਕੇ ਉਸ ਤੇਂਦੂਏ ਦੀਆਂ ਤਾਰਾਂ ਕੱਟੀਆਂ, ਹਾਥੀ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਫਿਰ ਇਸ ਨੂੰ ਸ਼ਰਾਪ ਤੋਂ ਮੁਕਤ ਕਰਕੇ ਫਿਰ ਸਵਰਗਾਂ ਵਿੱਚ ਭੇਜਿਆ ਵੀ ਜਾਓ ਜਾ ਕੇ ਪਹਿਲਾਂ ਵਾਂਗੂ ਰਾਗ ਗਾ ਕੇ ਸੁਣਾਉਣਾ ਕਰੋ। ਤੇਂਦੂਏ ਨੂੰ ਵੀ ਉਸ ਵੇਲੇ ਸ਼ਰਾਪ ਤੋਂ ਮੁਕਤ ਕਰਕੇ ਉਹਨੂੰ ਵੀ ਫਿਰ ਉਸੇ ਵੇਲੇ ਸਵਰਗਾਂ ਵਿੱਚ ਭੇਜ ਕੇ ਆਖਿਆ ਤੁਸੀਂ ਵੀ ਰਾਗ ਵਿਦਿਆ ਦੀ ਸੇਵਾ ਕਰੋ। ਉਹ ਬਚਨ ਇੱਥੇ ਆ ਗਿਆ। ਕਹਿਣ ਲੱਗੇ ਕਰ ਧਰੇ ਚੱਕਰ ਬੈਕੁੰਠ 'ਤੇ ਆਏ,
ਗਜ ਹਸਤੀ ਕੇ ਪ੍ਰਾਨ ਉਬਾਰੀਅਲੇ। ਇਸ ਤਰੀਕੇ ਦੇ ਨਾਲ ਭਗਵਾਨ ਜੀਆਂ ਨੇ ਸੋ ਇਹਨਾਂ ਦੇ ਜਿਹੜੇ ਪ੍ਰਾਣ ਸਨ ਉਹ ਬਚਾਉਣਾ ਕੀਤੇ। ਇਸ ਤਰੀਕੇ ਦੇ ਨਾਲ ਇਹਨਾਂ ਦੀ ਰੱਖਿਆ ਕੀਤੀ ਹੈ। ਇਹ ਮਹਾਰਾਜ ਸਾਹਿਬ ਜੀ ਇੱਥੇ ਸ਼ਬਦ ਜਿਹੜਾ ਹੈ ਹਾਥੀ ਦੇ ਬਚਾਅ ਦਾ ਬਖਸ਼ਿਸ਼ ਕਰਦਿਆਂ ਹੋਇਆਂ ਪਰਮਾਤਮਾ ਦੀ ਸਿਫਤ ਦੱਸਦੇ ਪਏ ਵੀ ਉਹ ਕਿਵੇਂ ਰੱਖਿਆ ਕਰਦਾ ਹੈ। ਦੁਸ਼ਾਸਨ ਕੀ ਸਭਾ ਦ੍ਰੋਪਦੀ ਅੰਬਰ ਲੇਤ ਭਾਰੀਅਲੇ। ਦੂਜਾ ਬਚਨ ਕਰਦੇ ਕਹਿਣ ਲੱਗੇ ਜਿਸ ਵੇਲੇ ਕੌਰਵ ਤੇ ਪਾਂਡਵਾਂ ਨੇ ਜੂਆ ਖੇਲਿਆ ਤੇ ਪਾਂਡਵ ਸਾਰਾ ਜੂਏ ਵਿੱਚ ਆਪਣਾ ਫੌਜਾਂ ਵੀ ਹਾਰ ਗਏ, ਭਰਾਵਾਂ ਨੂੰ ਵੀ ਦਾਅ 'ਤੇ ਲਾ ਦਿੱਤਾ। ਯੁਧਿਸ਼ਠਰ ਨੇ ਉਸ ਵੇਲੇ ਫਿਰ ਦ੍ਰੋਪਦੀ ਨੂੰ ਵੀ ਲਾ ਦਿੱਤਾ। ਜਦੋਂ ਜੂਏ ਵਿੱਚ ਹਾਰ ਗਏ ਉਸ ਵੇਲੇ ਦੁਰਯੋਧਨ ਨੇ ਆਖਿਆ ਸੀ ਆਪਣੇ ਭਰਾ ਦੁਸ਼ਾਸਨ ਨੂੰ ਕਿ ਹੁਣ ਜਿਹੜੀ ਦ੍ਰੋਪਦੀ ਹੈ ਉਹ ਆਪਣੀ ਦਾਸੀ ਬਣ ਗਈ, ਹੁਣ ਰਾਣੀ ਨਹੀਂ ਰਹੀ ਹੈ, ਆਪਾਂ ਉਸ ਨੂੰ ਜਿੱਤ ਲਿਆ ਹੈ, ਜਾਓ ਸਭਾ ਦੇ ਵਿੱਚ ਬੁਲਾ ਕੇ ਲਿਆਓ। ਜਦੋਂ ਸਭਾ ਵਿੱਚ ਬੁਲਾਉਣ ਵਾਸਤੇ ਦੁਸ਼ਾਸਨ ਗਿਆ, ਕਹਿਣ ਲੱਗੇ ਦ੍ਰੋਪਦੀ ਉਸ ਵੇਲੇ ਇਸ਼ਨਾਨ ਕਰਕੇ ਕੇਸੀ ਅਤੇ ਕੇਸਾਂ ਨੂੰ ਧੁੱਪ ਲਵਾਉਂਦੀ ਪਈ ਹੈ। ਇਸ ਨੇ ਆਖਿਆ ਵੀ ਮੈਂ ਮਰਜ਼ੀ ਦੀ ਮਾਲਕ ਹਾਂ, ਜਦੋਂ ਮਰਜ਼ੀ ਜਾਵਾਂ ਆਵਾਂ, ਮੈਨੂੰ ਕੋਈ ਬੁਲਾ ਨਹੀਂ ਸਕਦਾ ਹੈ। ਉਸ ਵੇਲੇ ਦੁਬਾਰਾ ਫਿਰ ਦੁਰਯੋਧਨ ਨੇ ਭੇਜਿਆ ਵੀ ਜੇ ਆਪਣੇ ਆਪ ਨਹੀਂ ਆਉਂਦੀ ਹੈ ਤੇ ਸਿਰ ਦੇ ਵਾਲਾਂ ਤੋਂ ਖਿੱਚ ਕੇ ਲੈ ਕੇ ਆ। ਉਸ ਵੇਲੇ ਮਹਿਲਾਂ ਦੇ ਵਿੱਚੋਂ ਸਿਰ ਦੇ ਵਾਲਾਂ ਤੋਂ ਖਿੱਚ ਕੇ ਦ੍ਰੋਪਦੀ ਨੂੰ ਰਾਜੇ ਦੀ ਸਭਾ ਦੇ ਵਿੱਚ ਲੈ ਕੇ ਆਂਦਾ। ਸੋ ਉਸ ਵੇਲੇ ਦਾ ਬਚਨ ਕਰਦੇ ਕਹਿਣ ਲੱਗੇ ਦੋ ਸ਼ਾਸਨ ਕੀ ਸਭਾ ਦ੍ਰੋਪਦੀ। ਦੋ ਸ਼ਾਸਨ ਜਿਹੜਾ ਕਠਨ ਸਜ਼ਾ ਦੇਣ ਵਾਲਾ ਹੈ। ਦੁਸ਼ਾਸਨ ਨਾਮ ਹੈ ਇੱਕ ਰਾਜੇ ਦਾ ਜਿਹੜਾ ਕਿ ਦੁਰਯੋਧਨ ਦਾ ਭਰਾ ਹੈ। ਸੋ ਕਹਿਣ ਲੱਗੇ ਉਸ ਵੇਲੇ ਦੁਰਯੋਧਨ ਦੇ ਹੁਕਮ ਕਰਕੇ ਉਸ ਨੂੰ ਖਿੱਚ ਕੇ ਲਿਆਉਣਾ ਕੀਤਾ ਹੈ। ਅੰਬਰ ਲੈ ਤੂੰ ਭਾਰੀਅਲੇ। ਜਦੋਂ ਲਿਆਂਦਾ ਗਿਆ ਦ੍ਰੋਪਦੀ ਨੂੰ ਸਭਾ ਦੇ ਵਿੱਚ, ਉਸ ਵੇਲੇ ਦੁਰਯੋਧਨ ਨੇ ਆਗਿਆ ਦਿੱਤੀ ਵੀ ਇਹਦੇ ਤਨ ਦੇ ਕੱਪੜੇ ਜਿਹੜੇ ਸਨ ਉਤਾਰ ਲੈ ਜਾ, ਨੰਗਿਆਂ ਕੀਤਾ ਜਾਵੇ। ਇੱਕ ਸਾਖੀ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖੀ ਹੈ ਕਿ ਕੌਰਵਾਂ ਅਤੇ ਪਾਂਡਵਾਂ ਨੇ ਪਹਿਲੇ ਸਮੇਂ ਪਾਂਡਵਾਂ ਨੇ ਘਰ ਵਿੱਚ ਭੋਜਨ ਰੱਖਿਆ, ਭੋਜਨ ਦਾ ਨਿਉਤਾ ਦਿੱਤਾ ਅਤੇ ਕੌਰਵਾਂ ਨੂੰ ਬੁਲਾਇਆ ਵੀ ਆਓ ਸਾਡੇ ਘਰ ਆ ਕੇ ਪ੍ਰਸ਼ਾਦਾ ਪਾਣੀ ਛਕੋ। ਕੌਰਵਾਂ ਦਾ ਰਾਜਾ ਦੁਰਯੋਧਨ ਆਇਆ ਰੋਟੀ ਖਾਣ ਵਾਸਤੇ। ਦ੍ਰੋਪਦੀ ਨੇ ਬੜੀ ਸੋਹਣੀ ਉਸ ਵੇਲੇ ਸਜਾਵਟ ਕੀਤੀ ਹੈ ਘਰ ਦੀ, ਅਤੇ ਉਸ ਵੇਲੇ ਸੋਹਣੀ ਸਜਾਵਟ ਦਾ ਭੁਲੇਖਾ ਜਿੱਥੇ ਸੁੱਕੀ ਥਾਂ ਹੈ ਉੱਥੇ ਇਸ ਤਰ੍ਹਾਂ ਲੱਗਦਾ ਜਿਵੇਂ ਪਾਣੀ ਹੈ, ਜਿੱਥੇ ਪਾਣੀ ਹੈ ਉੱਥੇ ਲੱਗਦਾ ਜਿਵੇਂ ਸੁੱਕੀ ਥਾਂ ਹੈ। ਸੁੱਕੀ ਥਾਂ ਜਾਣ ਕੇ ਦੁਰਯੋਧਨ ਪਾਣੀ ਦੇ ਵਿੱਚ ਵੜ ਗਿਆ। ਉਸ ਵੇਲੇ ਦ੍ਰੋਪਦੀ ਨੇ ਆਖਿਆ ਸੀ ਵੀ ਤੇਰਾ ਪਿਤਾ ਵੀ ਅੰਨਾ ਹੀ ਹੈ ਅਤੇ ਤੂੰ ਉਹਦਾ ਪੁੱਤਰ ਅੱਖਾਂ ਵਾਲਾ ਹੋ ਕੇ ਤੂੰ ਵੀ ਅੰਨਾ ਹੀ ਹੋਇਆ, ਪਾਣੀ ਵਿੱਚ ਵੜ ਗਿਆ। ਇਹ ਗੱਲ ਸੁਣ ਕੇ ਦੁਰਯੋਧਨ ਨੂੰ ਗੁੱਸਾ ਆਇਆ, ਮੇਰੇ ਪਿਓ ਨੂੰ ਵੀ ਅੰਨਾ ਪੁਣਿਆ ਹੈ ਅਤੇ ਮੈਨੂੰ ਵੀ ਅੰਨਾ ਆਖਿਆ ਹੈ। ਕਹਿਣ ਲੱਗਾ ਸਮਾਂ ਆਵੇਗਾ ਅਤੇ ਮੈਂ ਬਦਲਾ ਲਵਾਂਗਾ। ਉਹ ਫਿਰ ਸਮਾਂ ਜਦੋਂ ਜੂਏ ਵਿੱਚ ਦ੍ਰੋਪਦੀ ਹਾਰ ਗਏ, ਕਹਿਣ ਲੱਗਾ ਹੁਣ ਬਦਲਾ ਲੈਣ ਦਾ ਸਮਾਂ ਆ ਗਿਆ ਹੈ। ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੈਂ ਇਹਦੀ ਬੇਇੱਜ਼ਤੀ ਕਰਾਂਗਾ। ਉਸ ਵੇਲੇ ਹੁਕਮ ਕੀਤਾ ਵੀ ਇਹਦੇ ਕੱਪੜੇ ਉਤਾਰ ਲੈ ਜਾਣ। ਪਰ ਮਹਾਰਾਜ ਜੀਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਸਵਈਆਂ ਦੇ ਵਿੱਚ ਭੱਟਾਂ ਨੇ ਭਜਨ ਆਖਿਆ ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਭਗਤ ਪ੍ਰਹਿਲਾਦ ਕੀ, ਹਰਨਾਖ ਸਫਾਰੇ ਕਰ ਆਜ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ। ਇਹ ਸਵਈਆਂ ਵਿੱਚ ਆਪਾਂ ਬਚਨ ਪੜ੍ਹਦੇ ਹਾਂ। ਜਦੋਂ ਉਸ ਦੇ ਤਨ ਦੇ ਕੱਪੜੇ ਲਾਹੁਣ ਲੱਗੇ ਉਸ ਵੇਲੇ ਦ੍ਰੋਪਦੀ ਨੇ ਫਿਰ ਯਾਦ ਕੀਤਾ ਭਗਵਾਨ ਜੀਆਂ ਨੂੰ, ਕਹਿਣ ਲੱਗੇ ਮੇਰੀ ਰੱਖਿਆ ਕਰੋ। ਅਤੇ ਬਚਨ ਆ ਗਿਆ ਅੰਦਰ ਸਭਾ ਦੁਸ਼ਾਸਨੈ, ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪਚਾਲੀ ਬੰਦੀ। ਭਾਈ ਗੁਰਦਾਸ ਜੀਆਂ ਨੇ ਬਚਨ ਲਿਖੇ ਵੀ ਉਸ ਵੇਲੇ ਆਪਣੇ ਨੌਕਰਾਂ ਨੂੰ ਸਿਪਾਹੀਆਂ ਨੂੰ ਦੁਰਯੋਧਨ ਨੇ ਆਖਿਆ ਵੀ ਇਸ ਦ੍ਰੋਪਦੀ ਨੂੰ ਨੰਗਿਆ ਕੀਤਾ ਜਾਵੇ। ਪੰਜੇ ਪਾਂਡਵ ਵੇਖਦੇ, ਸੋ ਪੰਜੇ ਪਾਂਡਵ ਬੈਠੇ ਵੇਖਦੇ ਪਏ ਵੀ ਸਾਡੀ ਘਰਵਾਲੀ ਦੇ ਕੱਪੜੇ ਉਤਾਰੇ ਜਾ ਰਹੇ। ਔ ਘਟ ਰੁੱਧੀ ਨਾਰ ਜਿਨ੍ਹਾਂ ਦੀ, ਅੱਖੀ ਮੀਟ ਧਿਆਨ ਧਰ, ਹਾਹਾ ਕ੍ਰਿਸ਼ਨ ਕਰੇ ਵਿਲ ਲਾਂਦੀ। ਜਦੋਂ ਦ੍ਰੋਪਦੀ ਨੇ ਵੇਖਿਆ ਵੀ ਇਹ ਮੇਰੀ ਰੱਖਿਆ ਨਹੀਂ ਕਰ ਸਕਦੇ ਮੇਰੇ ਪਤੀ, ਉਸ ਵੇਲੇ ਨੇਤਰ ਬੰਦ ਕਰਕੇ ਪਰਮਾਤਮਾ ਨੂੰ ਚੇਤੇ ਕੀਤਾ ਅਕਾਲ ਪੁਰਖ ਕਿਰਪਾ ਕਰਕੇ ਮੇਰੀ ਇੱਜ਼ਤ ਰੱਖਣਾ ਕਰੋ। ਕੱਪੜ ਕੋਟ ਉਸਾਰਿਓਨ ਥੱਕੇ ਦੂਤ ਨਾ ਪਾਰ ਵਸਾਂਦੀ। ਪਰਮਾਤਮਾ ਨੇ ਕੱਪੜਿਆਂ ਦਾ ਕਿਲਾ ਹੀ ਬਣਾ ਦਿੱਤਾ। ਕੱਪੜੇ ਉਤਾਰ ਕੇ ਥੱਕ ਗਏ ਉਤਾਰਨ ਵਾਲੇ, ਪਰ ਕੱਪੜੇ ਮੁੱਕਣ ਵਿੱਚ ਨਾ ਆਏ।
ਐਸੀ ਕਿਰਪਾ ਕੀਤੀ ਹੈ। ਹੱਥ ਮਰੋੜਨ ਸਿਰ ਧੁਨਨ, ਪਛੋਤਾਨ ਕਰਨ ਜਾਹ ਜਾਂਦੀ। ਹੁਣ ਸਿਰ ਹਿਲਾਉਂਦੇ ਪਏ, ਹੱਥਾਂ ਨੂੰ ਉਸ ਵੇਲੇ ਵੱਟ ਦਿੰਦੇ ਪਏ ਕਿ ਸਾਡੀ ਬੜੀ ਭਾਰੀ ਬੇਇੱਜ਼ਤੀ ਹੋਈ ਹੈ। ਅਸੀਂ ਕਹਿਣ ਦੇ ਬਾਵਜੂਦ ਵੀ ਇਸ ਦੇ ਕੱਪੜੇ ਨਹੀਂ ਉਤਾਰ ਸਕੇ ਹਾਂ। ਘਰ ਆਈ ਠਾਕੁਰ ਮਿਲੇ, ਪੈਜ ਰਹੀ ਬੋਲੇ ਸ਼ਰਮਾਂਦੀ। ਜਦੋਂ ਘਰੇ ਆਈ ਨਾ ਵਾਪਸ, ਭਗਵਾਨ ਕ੍ਰਿਸ਼ਨ ਜੀ ਮਿਲੇ। ਉਸ ਵੇਲੇ ਭਗਵਾਨ ਜੀ ਨੇ ਪੁੱਛਿਆ, ਦੱਸ ਤੇਰੀ ਇੱਜ਼ਤ ਰਹੀ ਹੈ ਕਿ ਨਹੀਂ ਰਹੀ ਹੈ? ਆਖਿਆ, ਜੀ ਆਪ ਜੀ ਨੇ ਇੱਜ਼ਤ ਰੱਖ ਲਈ ਹੈ ਨਾਥਾਂ ਨਾਥ ਬਾਣ ਧੁਰਾਂ ਦੀ। ਕਿਉਂਕਿ ਪ੍ਰਮਾਤਮਾ ਜਿਹਨਾਂ ਦਾ ਕੋਈ ਨਹੀਂ ਹੁੰਦਾ, ਉਹਨਾਂ ਦਾ ਉਹ ਪ੍ਰਮਾਤਮਾ ਹੁੰਦਾ ਹੈ। ਇਸ ਤਰ੍ਹਾਂ ਉਸ ਦੀ ਰੱਖਿਆ ਕਰਕੇ ਉਸ ਨੂੰ ਬਚਾਇਆ ਹੈ। ਗ੍ਰੰਥਕਾਰਾਂ ਨੇ ਇਤਿਹਾਸ ਵਿੱਚ ਬਚਨ ਲਿਖਿਆ ਹੈ ਕਿ ਇੱਕ ਵਾਰੀ ਜੋ ਰਿਸ਼ੀ ਦੁਰਵਾਸ਼ਾ ਹੈ, ਉਹ ਜਲ ਦੇ ਵਿੱਚ ਇਸ਼ਨਾਨ ਕਰਦਾ ਸੀ ਅਤੇ ਉਹਦੇ ਕੱਪੜੇ ਪਾਣੀ ਵਿੱਚ ਰੁੜ ਗਏ ਸਨ। ਉਸ ਵੇਲੇ ਦੁਰਵਾਸ਼ਾ ਜੀ ਨੇ ਆਖਿਆ ਸੀ, ਸਾਨੂੰ ਕੋਈ ਵਸਤਰ ਦਿਓ। ਅਤੇ ਇਹ ਜਿਹੜੀ ਦ੍ਰੋਪਦੀ ਹੈ ਉਸ ਵੇਲੇ ਵਿਆਹੀ ਨਹੀਂ ਸੀ, ਕੁਆਰੀ ਹੈ। ਇਸ ਨੇ ਆਪਣੇ ਕੋਲੋਂ ਵਸਤਰ ਦਾਨ ਦਿੱਤਾ ਸੀ ਉਸ ਵੇਲੇ ਇਸ ਰਿਸ਼ੀ ਨੂੰ ਢੱਕਣ ਵਾਸਤੇ। ਰਿਸ਼ੀ ਨੇ ਉਹ ਵਸਤਰ ਅੰਗੀਕਾਰ ਕਰਦਿਆਂ ਨਾਲ ਹੀ ਬਚਨ ਆਖਿਆ, ਕਹਿਣ ਲੱਗੇ, ਤੇਰਾ ਦਿੱਤਾ ਇਹ ਦਾਨ ਵਧੇਗਾ ਜ਼ਰੂਰ, ਕਿਤੇ ਸਮਾਂ ਆਵੇਗਾ ਇਹ ਕੱਪੜਾ ਹੀ ਤੇਰਾ ਪਰਦਾ ਉਸ ਵੇਲੇ ਢੱਕ ਲਵੇਗਾ। ਐਸੇ ਬਚਨ ਜਿਹੜੇ ਸਨ ਉਸ ਰਿਸ਼ੀ ਨੇ ਵਰ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੇ। ਜਦੋਂ ਉਹ ਸਮਾਂ ਆਇਆ, ਉਹ ਦਿੱਤਾ ਹੋਇਆ ਦਾਨ ਕੱਪੜੇ ਦਾ ਜਿਹੜਾ ਹੱਥੀਂ ਦਾਨ ਕੀਤਾ ਹੈ, ਉਸੇ ਦਾਨ ਕੀਤੇ ਕੱਪੜੇ ਨੇ ਦ੍ਰੋਪਦੀ ਦੀ ਲੱਜਾ ਨੂੰ ਢੱਕ ਲਿਆ ਉਸ ਵੇਲੇ। ਇਹ ਬਚਨ ਮਹਾਰਾਜ ਸਾਹਿਬ ਜੀਆਂ ਨੇ ਗੁਰਬਾਣੀ ਅੰਦਰ ਬਖਸ਼ਿਸ਼ ਕੀਤੇ। ਜਿਹੜਾ ਵੀ ਅਸੀਂ ਦਾਨ ਕਰਦੇ ਹਾਂ ਆਪਣੇ ਹੱਥਾਂ ਦੇ ਨਾਲ, ਵਸਤਰਾਂ ਦਾ ਦਾਨ, ਜੁੱਤੇ ਦਾ ਦਾਨ, ਮਾਇਆ ਦਾ ਦਾਨ ਕਰਦੇ ਹਾਂ। ਗੁਰੂ ਘਰਾਂ ਵਿੱਚ ਸੇਵਾਵਾਂ ਚੱਲਦੀਆਂ ਅਤੇ ਉਹਨਾਂ ਸੇਵਾਵਾਂ ਵਾਸਤੇ ਸੰਗਤਾਂ ਦਾਨ ਕਰਦੀਆਂ। ਉਹ ਦਾਨ ਦਾ ਜਿਹੜਾ ਫਲ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਜ਼ਰੂਰ ਮਿਲਦਾ ਹੈ ਅਤੇ ਫਿਰ ਉਹ ਸੁਖਦਾਈ ਹੋਇਆ ਕਰਦਾ ਹੈ। ਜਿਵੇਂ ਦ੍ਰੋਪਦੀ ਨੇ ਸੁਭਾਵਕ ਹੀ ਉਹ ਕੱਪੜਾ, ਉਹਨੇ ਥੋੜ੍ਹੀ ਸੋਚਿਆ ਸੀ ਵੀ ਇੱਕ ਸਮਾਂ ਆਵੇਗਾ ਅਤੇ ਮੇਰੇ ਕੱਪੜੇ ਉਤਾਰੇ ਜਾਣਗੇ, ਮੈਨੂੰ ਨੰਗਿਆ ਕੀਤਾ ਜਾਵੇਗਾ ਅਤੇ ਫਿਰ ਮੇਰੀ ਰੱਖਿਆ ਹੋਵੇਗੀ। ਨਹੀਂ, ਉਹ ਤਾਂ ਸੁਭਾਵਕ ਹੀ ਉਹਨੇ ਕੱਪੜਾ ਦਾਨ ਕੀਤਾ ਵੀ ਰਿਸ਼ੀ ਨੇ ਮੰਗਿਆ, ਇਹ ਵਿਚਾਰਾ ਪਾਣੀ ਵਿੱਚ ਨੰਗਾ ਖਲੋਤਾ ਹੈ, ਇਹਨੂੰ ਕੱਪੜਾ ਦਾਨ ਦੇਣਾ ਚਾਹੀਦਾ, ਦੇ ਦਿੱਤਾ। ਪਰ ਉਹ ਦਿੱਤਾ ਹੋਇਆ ਦਾਨ ਐਸਾ ਵਧਿਆ ਕਿ ਉਸ ਦੀ ਇੱਜ਼ਤ ਨੂੰ ਉਸੇ ਕੱਪੜੇ ਨੇ ਫਿਰ ਢੱਕ ਲਿਆ। ਇਸ ਤਰ੍ਹਾਂ ਇਹ ਦਾਨ ਪੁੰਨ ਦਾ ਮਹਾਤਮ ਫਲ ਜਿਹੜਾ ਹੈ ਉਹ ਮਨੁੱਖ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲਦਾ ਹੈ। ਬਚਨ ਆ ਗਿਆ, ਕਹਿਣ ਲੱਗੇ, ਦੋ ਸਾਸਨ ਕੀ ਸਭਾ ਦ੍ਰੋਪਦੀ, ਅੰਬਰ ਲੇਤ ਉਬਾਰੀਅਲੇ। ਇਸ ਤਰੀਕੇ ਦੇ ਨਾਲ ਕਹਿਣ ਲੱਗੇ ਵੀ ਉਹ ਉਸ ਨੂੰ ਬਚਾ ਲਿਆ। ਕੱਪੜਾ ਉਤਾਰਨਾ ਚਾਹੁੰਦੇ ਸਨ ਰਾਜੇ ਦੇ ਸਿਪਾਹੀ, ਪਰ ਉਤਾਰ ਨਹੀਂ ਸਕੇ। ਭਗਤ ਮਾਲਾ ਵਿੱਚ ਬਚਨ ਲਿਖਿਆ ਹੈ, ਨਾਰੀ ਮੱਧ ਸਾਰੀ ਹੈ ਕਿ ਸਾਰੀ ਮੱਧ ਨਾਰੀ ਹੈ। ਵੀ ਇਹ ਜਨਾਨੀ ਸਾੜੀ ਦੀ ਬਣੀ ਹੈ ਕਿ ਸਾੜੀ ਜਨਾਨੀ ਬਣੀ ਹੈ, ਪਤਾ ਹੀ ਕੋਈ ਨਹੀਂ ਲੱਗਦਾ। ਇੰਨੇ ਕੱਪੜੇ ਉਤਾਰੇ, ਉਤਾਰ ਕੇ ਕੱਪੜਿਆਂ ਦਾ ਢੇਰ ਲੱਗ ਗਿਆ, ਕਮਰੇ ਭਰ ਗਏ, ਪਰ ਕੱਪੜੇ ਮੁੱਕਣ ਵਿੱਚ ਨਹੀਂ ਸਨ ਆਏ। ਨਾਰੀ ਮੱਧ ਸਾੜੀ ਹੈ ਕਿ ਇਸਤਰੀ ਦੇ ਵਿੱਚ ਸਾੜੀ ਹੈ ਕਿ ਸਾੜੀ ਮੱਧ ਨਾੜੀ ਹੈ, ਕਿ ਜਿਹੜੀ ਇਸਤਰੀ ਉਹ ਸਾੜੀ ਦਾ ਰੂਪ ਹੈ, ਕਿ ਨਾਰੀ ਹੂੰ ਕੀ ਸਾਰੀ ਹੈ ਕਿ ਸਾਰੀ ਹੂੰ ਕੀ ਨਾਰੀ ਹੈ। ਇਹ ਭਗਤ ਮਾਲਾ ਵਿੱਚ ਬਚਨ ਲਿਖੇ। ਪਤਾ ਨਹੀਂ ਲੱਗਦਾ ਔਰਤ ਸਾੜੀ ਦੀ ਬਣੀ, ਕੱਪੜੇ ਦੀ ਬਣੀ ਹੈ ਜਾਂ ਕੱਪੜਾ ਔਰਤ ਦਾ ਬਣਿਆ ਹੈ। ਲਾ ਕੇ ਲਾਉਣ ਵਾਲੇ ਥੱਕ ਗਏ, ਪਰ ਦ੍ਰੋਪਦੀ ਦੀ ਲਾਜ ਇਸ ਤਰ੍ਹਾਂ ਪਰਮਾਤਮਾ ਨੇ ਰੱਖ ਲੈਣਾ ਕੀਤੀ ਹੈ। ਗੌਤਮ ਨਾਰ ਅਹਲਿਆ ਤਾਰੀ। ਗੁਰਮੁਖੋ ਅਹਲਿਆ ਨਾਮ ਦੀ ਇੱਕ ਅਪਸਰਾ ਹੋਈ ਪਹਿਲੇ ਸਮੇਂ ਤ੍ਰੇਤੇ ਯੁੱਗ ਦੇ ਵਿੱਚ, ਜਾਂ ਕਹਿ ਲਈਏ ਸਤਯੁਗ ਦੇ ਵਿੱਚ। ਉਸ ਵੇਲੇ ਗੌਤਮ ਰਿਸ਼ੀ ਦੇ ਨਾਲ ਇਸ ਦਾ ਵਿਆਹ ਹੋ ਗਿਆ। ਕਹਿਣ ਲੱਗੇ, ਜਿਹੜਾ ਇੰਦਰ ਰਾਜਾ ਹੈ ਉਸਨੇ ਚੰਦਰਮਾ ਨੂੰ ਪੁੱਛਿਆ ਵੀ ਧਰਤੀ ਦੇ ਉੱਪਰ ਸਭ ਤੋਂ ਸੋਹਣੇ ਸਰੂਪ ਵਾਲਾ ਕੌਣ ਹੈ। ਚੰਦਰਮਾ ਨੇ ਦੱਸਿਆ ਕਿ ਉਹ ਗੌਤਮ ਰਿਸ਼ੀ ਦੀ ਘਰਵਾਲੀ ਹੈ। ਉਸ ਵੇਲੇ ਜਿਹੜਾ ਇੰਦਰ ਹੈ ਗੌਤਮ ਰਿਸ਼ੀ ਬਣ ਕੇ ਚੰਦਰਮਾ ਨੂੰ ਕੁੱਕੜ ਬਣਾ ਕੇ, ਮੁਰਗਾ ਬਣਾ ਕੇ ਆਪਣੇ ਨਾਲ ਲੈ ਆਇਆ। ਚੰਦਰਮਾ ਨੇ ਭਾਗ ਦਿੱਤੀ ਹੈ। ਰਿਸ਼ੀ ਉੱਠ ਕੇ ਘਰੋਂ ਇਸ਼ਨਾਨ ਕਰਨ ਵਾਸਤੇ ਗੋਦਾਵਰੀ 'ਤੇ ਚਲਾ ਗਿਆ ਅਤੇ ਇੰਦਰ ਰਾਜਾ ਉਸੇ ਰਿਸ਼ੀ ਦਾ ਰੂਪ ਬਣਾ ਕੇ ਇਹਦੇ ਘਰ ਦੇ ਵਿੱਚ ਆ ਕੇ ਮਾੜਾ ਕਰਮ ਕਰਨ ਵਾਸਤੇ ਉਤਰ ਪਿਆ। ਜਦੋਂ ਰਿਸ਼ੀ ਇਸ਼ਨਾਨ ਕਰਦਾ ਪਿਆ, ਉਸ ਵੇਲੇ ਨਦੀ ਵਿੱਚੋਂ ਆਵਾਜ਼ ਆਈ, ਰਿਸ਼ੀ ਜੀ ਅੰਮ੍ਰਿਤ ਵੇਲਾ ਨਹੀਂ ਅਜੇ ਹੋਇਆ, ਤੁਸੀਂ ਗਲਤ ਸਮੇਂ ਆ ਗਏ ਹੋ, ਤੁਹਾਡੇ ਘਰ ਵਿੱਚ ਚੋਰ ਲੱਗੇ ਨੇ, ਜਾਓ ਜਾ ਕੇ ਆਪਣੇ ਘਰ ਨੂੰ ਸਾਹਮਣਾ ਕਰੋ। ਛੇਤੀ ਨਾਲ ਵਾਪਸ ਆਇਆ।
ਵਾਪਸ ਆਉਂਦਾ ਕੀ ਵੇਖਿਆ ਵੀ ਇੰਦਰ ਬਿੱਲਾ ਬਣ ਕੇ ਉਸ ਵੇਲੇ ਦੌੜਦਾ ਪਿਆ ਹੈ ਤੇ ਇਸ ਦੀ ਲੜਕੀ ਪਹਿਰੇ ਤੇ ਖਲੋਤੀ ਹੈ। ਉਸ ਵੇਲੇ ਰਿਖੀ ਨੇ ਪੁੱਛਿਆ ਆਪਣੀ ਲੜਕੀ ਨੂੰ, ਘਰ ਕੌਣ ਆਇਆ ਹੈ? ਕਹਿਣ ਲੱਗੀ ਮੰਜਾਰ ਆਇਆ ਹੈ। ਮੰਜਾਰ ਤੋਂ ਭਾਵ ਹੈ ਬਿੱਲਾ ਤੇ ਮੰਜਾਰ ਤੋਂ ਭਾਵ ਹੈ ਮਾਂ ਦਾ ਯਾਰ। ਉਸ ਵੇਲੇ ਰਿਖੀ ਨੇ ਸਰਾਪ ਦਿੱਤਾ ਕਿ ਤੂੰ ਮੇਰੇ ਕੋਲੋਂ ਪਰਦਾ ਰੱਖ ਕੇ ਆਪਣੀ ਮਾਂ ਦੀ ਜਿਹੜੀ ਸਹਾਇਤਾ ਕੀਤੀ ਹੈ, ਤੂੰ ਬਿਨਾਂ ਹੀ ਵਿਆਹ ਤੋਂ ਬੱਚੇ ਨੂੰ ਜਨਮ ਦੇਵੇਂਗੀ। ਆਪਣੀ ਘਰਵਾਲੀ ਨੂੰ ਆਖਿਆ ਤੂੰ ਕੁਕਰਮ ਕੀਤਾ ਹੈ, ਤੂੰ ਪੱਥਰ ਦੀ ਸਿਲਾ ਬਣੇਗੀ। ਜਦੋਂ ਇਹ ਸ਼ਰਾਪ ਦਿੱਤਾ ਤੇ ਉਸ ਵੇਲੇ ਉਹ ਜਿਹੜੀ ਇਸਤਰੀ ਹੈ ਅਹਲਿਆ, ਉਹਨੇ ਗੌਤਮ ਰਿਖੀ ਜੀਆਂ ਦੇ ਚਰਨ ਫੜ ਕੇ ਆਖਿਆ ਮਾफ़ ਕਰ ਦਿਓ, ਸ਼ਰਾਪ ਤੋਂ ਮੁਕਤੀ ਕਰਵਾਓ। ਉਸ ਵੇਲੇ ਗੌਤਮ ਰਿਖੀ ਜੀ ਕਹਿਣ ਲੱਗੇ ਭਗਵਾਨ ਰਾਮ ਜੀ ਆਉਣਗੇ, ਉਹਨਾਂ ਦੇ ਚਰਨ ਤੇਰੇ ਨਾਲ ਲੱਗਣਗੇ, ਫਿਰ ਤੇਰਾ ਉਧਾਰ ਹੋਵੇਗਾ। ਤੇ ਇਹ ਜਿਹੜੀ ਇਸਤਰੀ ਅਹਲਿਆ ਹੈ ਕਹਿਣ ਲੱਗੀ ਜੀ ਅਜੇ ਤੇ ਇੱਕ ਯੁੱਗ ਹੋਰ ਬਾਕੀ ਹੈ, ਪਹਿਲਾਂ ਦੁਆਪਰ ਯੁੱਗ ਆਵੇਗਾ, ਫਿਰ ਤ੍ਰੇਤਾ ਯੁੱਗ ਆਵੇਗਾ। ਇੰਨਾ ਚਿਰ ਮੈਨੂੰ ਸ਼ਰਾਪ ਮਿਲਿਆ ਰਹੇਗਾ, ਮੈਂ ਪੱਥਰ ਬਣ ਕੇ ਬੈਠੀ ਰਵਾਂਗੀ। ਮੈਂ ਤੁਹਾਡੀ ਪਤਨੀ ਆ, ਮੇਰਾ ਭਲਾ ਕਰ ਦਿਓ। ਤੇ ਫਿਰ ਰਿਖੀ ਨੇ ਆਖਿਆ ਸੀ ਚੱਲ ਠੀਕ ਹੈ, ਅਸੀਂ ਯੁੱਗ ਹੀ ਬਦਲ ਦਿੰਦੇ ਹਾਂ। ਤ੍ਰੇਤਾ ਯੁੱਗ ਹੀ ਪਹਿਲਾਂ ਆਵੇਗਾ, ਦੁਆਪਰ ਬਾਅਦ ਵਿੱਚ ਆਵੇਗਾ। ਇੱਕ ਯੁੱਗ ਬਦਲ ਕੇ ਯੁੱਗ ਨੂੰ ਪਹਿਲਾਂ ਲੈ ਕੇ ਆਂਦਾ। ਤ੍ਰੇਤੇ ਯੁੱਗ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਆਏ, ਵਣਵਾਸ ਮਿਲਿਆ 14 ਸਾਲਾਂ ਦਾ। ਜੰਗਲ ਦੇ ਵਿੱਚ ਵਿਚਰਦਿਆਂ ਹੋਇਆਂ ਇਹ ਸਿਲਾ ਦੇ ਉੱਪਰ ਜਾ ਕੇ ਭਗਵਾਨ ਜੀ ਬੈਠੇ ਸਨ। ਤੇ ਫਿਰ ਉਹ ਪੱਥਰ ਬਣੀ ਜਿਹੜੀ ਅਹਲਿਆ ਹੈ, ਉਸ ਨੂੰ ਪੱਥਰ ਜੂਨੀ ਦੇ ਵਿੱਚੋਂ ਮੁਕਤ ਕੀਤਾ ਸੀ। ਉਹ ਬਚਨ ਇੱਥੇ ਆ ਗਿਆ, ਗੌਤਮ ਨਾਰ ਅਹਲਿਆ ਤਾਰੀ। ਅਹਲਿਆ ਉਸ ਬੀਬੀ ਦਾ ਨਾਮ ਹੈ ਜਿਹੜੀ ਗੌਤਮ ਰਿਖੀ ਦੀ ਘਰਵਾਲੀ ਹੈ। ਉਹਨੂੰ ਭਗਵਾਨ ਰਾਮ ਜੀਆਂ ਨੇ ਆਪਣੇ ਚਰਨ ਛੁਹਾ ਕੇ ਉਹਦੇ ਉੱਪਰ ਬੈਠ ਕੇ ਉਹਨੂੰ ਸ਼ਰਾਪ ਤੋਂ ਮੁਕਤ ਕਰਕੇ ਤਾਰਨਾ ਕੀਤਾ ਹੈ। ਪਾਵਨ ਕੇਤਕ ਤਾਰਿਅਲੇ। ਕਹਿਣ ਲੱਗੇ ਇਸ ਤਰ੍ਹਾਂ ਦੇ ਪਤਾ ਨਹੀਂ ਹੋਰ ਕਿੰਨੇ ਕੁ, ਇਹ ਤੇ ਇੱਕ ਦੋ ਉਦਾਹਰਨਾਂ ਨੇ ਨਾ। ਮੈਂ ਹਾਥੀ ਦਾ ਭਲਾ ਕਰ ਦਿੱਤਾ, ਦ੍ਰੋਪਦੀ ਦਾ ਭਲਾ ਕਰ ਦਿੱਤਾ, ਜਾਂ ਅਹਲਿਆ ਦਾ ਭਲਾ ਕਰ ਦਿੱਤਾ, ਇਹ ਤੇ 2-4 ਗਿਣਤੀਆਂ ਹੀ ਆਪਾਂ ਕੀਤੀਆਂ। ਪਰ ਕਹਿਣ ਲੱਗੇ ਵੀ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਹੋਰ ਪਰਮਾਤਮਾ ਨੇ ਪਵਿੱਤਰ ਕਰਕੇ ਸੰਸਾਰ ਤੋਂ ਤਾਰ ਦਿੱਤੇ ਹਨ। ਐਸਾ ਅਦਮ ਅਜਾਤ ਨਾਮ ਦਿਓ। ਉਸ ਵੇਲੇ ਨਾਮਦੇਵ ਜੀ ਕਹਿਣ ਲੱਗੇ ਹੈ ਪਰਮਾਤਮਾ ਮੈਂ ਵੀ ਇਸ ਤਰ੍ਹਾਂ ਦਾ ਅਦਮ ਕਹੀਏ ਬੜਾ ਨੀਚ ਹਾਂ। ਮਹਾਰਾਜ ਮੈਂ ਨੀਚ ਜਾਤੀ ਵਾਲਾ ਹਾਂ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਇਹ ਬਚਨ ਉਹਨਾਂ ਨੇ ਆਪ ਹੀ ਲਿਖੇ ਨਾਮਦੇਵ ਨੇ। ਕਹਿਣ ਲੱਗੇ ਜੀ ਬਚਨ ਹੈ ਐਸਾ ਅਦਮ ਜਾਤ, ਮੈਂ ਵੀ ਨੀਚ ਜਾਤ ਵਾਲਾ ਨਾਮਦੇਵ ਹਾਂ ਜੀ। ਤੋ ਸਰਨਾਗਤ ਆਈ ਲੈ। ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ, ਮੇਰੇ ਤੇ ਕਿਰਪਾ ਕਰੋ, ਮੈਨੂੰ ਉਤਾਰ ਦੇਣਾ ਕਰੋ। ਸੋ ਬਚਨ ਆ ਗਿਆ ਹੈ। ਮਹਾਰਾਜ ਜੀ ਕਹਿਣ ਲੱਗੇ ਪਾਵਨ ਕੇਤਕ ਤਾਰੀਅਲੇ। ਪਾਵਨ ਦਾ ਅਰਥ ਕਈਆਂ ਨੇ ਪਾਹਨ ਵੀ ਕੀਤਾ ਹੈ। ਮਹਾਰਾਜ ਆਪ ਜੀ ਨੇ ਪੱਥਰਾਂ ਨੂੰ ਵੀ ਤਾਰ ਦਿੱਤਾ ਹੈ, ਜਿਹੜੇ ਪੱਥਰਾਂ ਵਰਗੇ ਕਠੋਰ ਹਿਰਦਿਆਂ ਵਾਲੇ ਸਨ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਾਰੂ ਬਾਦਸ਼ਾਹ ਵਰਗੇ, ਉਹਨਾਂ ਨੂੰ ਆਪ ਜੀ ਨੇ ਤਾਰ ਦਿੱਤਾ ਹੈ। ਜਾਂ ਜਿਸ ਤਰ੍ਹਾਂ ਭਗਵਾਨ ਰਾਮ ਜੀਆਂ ਨੇ ਜਿਸ ਵੇਲੇ ਰਾਮ ਸੇਤੂ ਪੁਲ ਬੰਨਿਆ ਹੈ, ਉਸ ਵੇਲੇ ਪੱਥਰਾਂ ਦੇ ਉੱਪਰ ਰਾਮ ਰਾਮ ਲਿਖ ਕੇ ਪੱਥਰ ਪਾਣੀ ਤੋਂ ਤਾਰੇ। ਪਾਹਨ ਕੇਤਕ ਤਾਰੀਅਲੇ। ਇਸ ਤਰ੍ਹਾਂ ਦੇ ਆਪ ਪੱਥਰ ਵੀ ਤਾਰਨ ਵਾਲੇ, ਪੱਥਰਾਂ ਨੂੰ ਵੀ ਤਾਰ ਦਿੰਦੇ ਹੋ। ਪੱਥਰਾਂ ਵਰਗਾ ਜਿਨ੍ਹਾਂ ਦਾ ਸੁਭਾਅ ਹੈ ਉਹਨਾਂ ਨੂੰ ਵੀ ਆਪ ਜੀ ਤਾਰ ਦਿੰਦੇ ਹੋ। ਪਸ਼ੂ ਪ੍ਰੇਤ ਮੁਗਧ ਕੋ ਤਾਰੈ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਨਾਈ, ਸਦਾ ਸਦਾ ਬਲਿਹਾਰੈ। ਐਸੀ ਆਪ ਕਿਰਪਾ ਕਰਨ ਵਾਲੇ ਹੋ। ਐਸਾ ਅਦਮ ਅਜਾਤ ਨਾਮ ਦਿਓ। ਨਾਮਦੇਵ ਜੀ ਕਹਿੰਦੇ ਭਾਈ ਮੈਂ ਵੀ ਇਸ ਤਰ੍ਹਾਂ ਦੀ ਅਦਮ ਜਾਤ ਵਾਲਾ, ਨੀਵੀਂ ਜਾਤ ਵਾਲਾ ਲੋਕ ਮੈਨੂੰ ਆਖਦੇ ਨੇ। ਹਿੰਨੜੀ ਜਾਤ ਮੇਰੀ ਜਾਤ ਮਰਾਇਆ, ਉਹਨਾਂ ਨੇ ਬਚਨ ਲਿਖਿਆ ਹੈ। ਮੈਂ ਵੀ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਤੋ ਸਰਨਾਗਤ ਆਈ ਲੈ। ਮਹਾਰਾਜ ਤੁਹਾਡੀ ਸ਼ਰਨ ਵਿੱਚ ਆਇਆ, ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਤਾਰ ਦੇਣਾ ਕਰੋ। ਸਭੈ ਘਟ ਰਾਮ ਬੋਲੈ। ਨਾਮਦੇਵ ਜੀ ਇਹ ਸ਼ਬਦ ਵਿੱਚ ਪਰਮਾਤਮਾ ਨੂੰ ਸਾਰੇ ਥਾਵਾਂ ਤੇ ਵਿਆਪਕ ਦੱਸ ਰਹੇ ਨੇ। ਕਹਿਣ ਲੱਗੇ ਪਰਮਾਤਮਾ ਸਭੈ ਘਟ ਰਾਮ ਬੋਲੇ। ਮਹਾਰਾਜ ਭੂਤਕਾਲ ਵਿੱਚ ਜਿਹੜਾ ਸਮਾਂ ਪਿੱਛੇ ਬਤੀਤ ਹੋ ਗਿਆ ਹੈ, ਉਹਦੇ ਵਿੱਚ ਵੀ ਆਪ ਸਾਰੇ ਜੀਵਾਂ ਦੇ ਅੰਦਰ ਬੋਲ ਰਹੇ ਹੋ। ਰਾਮਾ ਬੋਲਾ। ਜਿਹੜਾ ਹੁਣ ਵਰਤਮਾਨ ਸਮਾਂ ਚੱਲਦਾ ਪਿਆ, ਹੁਣ ਵੀ ਸਾਰੇ ਸਰੀਰਾਂ ਵਿੱਚ ਤੁਹਾਡੀ ਚੇਤਨ ਸੱਤਾ ਤੁਸੀਂ ਬੋਲ ਰਹੇ ਹੋ।
ਰਾਮ ਬਿਨਾ ਕੋ ਬੋਲੇ ਰੇ। ਜਿਹੜਾ ਆਉਣ ਵਾਲਾ ਸਮਾਂ ਜਿਸ ਨੂੰ ਵਰਤਮਾਨ ਆਖਿਆ ਹੈ, ਕਹਿਣ ਲੱਗੇ ਆਉਣ ਵਾਲਾ ਸਮਾਂ ਜਿਸ ਨੂੰ ਭਵਿੱਖਤ ਕਾਲ ਕਿਹਾ ਹੈ, ਉਸ ਸਮੇਂ ਦੇ ਵਿੱਚ ਵੀ ਆਪ ਸਾਰੇ ਸਰੀਰਾਂ ਵਿੱਚ ਬੋਲੋਗੇ, ਭਾਵ ਕਿ ਤੁਹਾਡੇ ਬਿਨਾ ਕੋਈ ਦੂਜਾ ਹੋਰ ਬੋਲਣ ਵਾਲਾ ਨਹੀਂ ਹੈ। ਰਾਉ ਏਕਲ ਮਾਟੀ ਕੁੰਜਰ ਚੀਂਟੀ। ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਕੁੰਜਰ ਨਾਮ ਹਾਥੀ ਦਾ, ਚੀਟੀ ਨਾਮ ਕੀੜੀਆਂ ਦਾ, ਜਾਂ ਚੀਟੀ ਨਾਮ ਚਿੜੀਆਂ ਦਾ ਵੀ ਹੈ। ਭਾਵੇਂ ਚਿੜੀਆਂ ਨੇ, ਭਾਵੇਂ ਕੀੜੀਆਂ ਨੇ, ਭਾਵੇਂ ਹਾਥੀ ਨੇ, ਇਹ ਜਿੰਨੇ ਵੀ ਸਰੀਰ ਬਣੇ ਹੋਏ, ਜਿੰਨੀਆਂ ਵੀ ਜੂਨਾਂ ਬਣੀਆਂ ਹੋਈਆਂ ਹਨ। ਏਕਲ ਮਾਟੀ ਕੁੰਜਰ ਚੀਂਟੀ ਭਾਜਨ ਹੈ ਬਹੁ ਨਾਨਾ ਰੇ। ਭਾਜਨ ਨਾਮ ਗੁਰਮੁਖੋ ਹੈ ਬਰਤਨਾਂ ਦਾ। ਇਹ ਸਰੀਰਾਂ ਰੂਪੀ ਜਿਹੜੇ ਭਾਂਡੇ ਬਣੇ ਨੇ, ਭਾਵੇਂ ਕੀੜੀ ਬਣੀ ਹੈ, ਭਾਵੇਂ ਹਾਥੀ ਬਣਿਆ ਹੈ, ਭਾਵੇਂ ਚਿੜੀਆਂ ਬਣੀਆਂ, ਕਾਂ ਪਸ਼ੂ ਪੰਛੀ ਮਨੁੱਖ ਬਣੇ, ਇਹ ਸਾਰੇ ਏਕਲ ਮਾਟੀ, ਸਾਰਿਆਂ ਨੂੰ ਪੰਜਾਂ ਤੱਤਾਂ ਦੀ ਇੱਕੋ ਹੀ ਮਿੱਟੀ ਲੱਗੀ ਹੈ। ਪੰਜਾਂ ਤੱਤਾਂ ਰੂਪੀ ਮਿੱਟੀ ਦੇ ਇਹ ਸਾਰੇ ਸਰੀਰਾਂ ਰੂਪੀ ਭਾਂਡੇ ਜਿਹੜੇ ਨੇ, ਬਹੁ ਨਾਨਾ ਰੇ, ਨਾਨਾ ਤਰ੍ਹਾਂ ਦੇ ਨੈਣ ਨਕਸ਼ ਬਣਾ ਕੇ ਪਰਮਾਤਮਾ ਨੇ ਕਈ ਤਰ੍ਹਾਂ ਦੇ ਸਰੀਰ ਬਣਾਉਣਾ ਕੀਤੇ ਹਨ। ਅਸਥਾਵਰ ਜੰਗਮ ਕੀਟ ਪਤੰਗਮ। ਅਸਥਾਵਰ ਗੁਰਮੁਖੋ ਜਿਹੜੇ ਇੱਕ ਜਗ੍ਹਾ ਤੇ ਖੜੇ ਰਹਿਣ ਵਾਲੇ, ਜਿਵੇਂ ਪਹਾੜ ਨੇ, ਜਿਵੇਂ ਰੁੱਖ ਨੇ, ਪਰਮਾਤਮਾ ਇਹ ਵੀ ਸਾਰੇ ਤੁਸੀਂ ਬਣਾਉਣਾ ਕੀਤੇ ਹਨ। ਕੀਟ ਪਤੰਗਮ ਤੇ ਜੰਗਮ ਨਾਮ ਗੁਰਮੁਖੋ ਚੱਲਣ ਵਾਲੇ, ਜਿਵੇਂ ਮਨੁੱਖ ਚੱਲਦਾ ਹੈ, ਪਸ਼ੂ ਪੰਛੀ ਚੱਲਦੇ, ਇਹ ਚੱਲਣ ਵਾਲੇ ਵੀ ਸਾਰੇ ਪਰਮਾਤਮਾ ਤੁਸੀਂ ਬਣਾਏ ਹਨ। ਕੀਟ ਪਤੰਗਮ ਜਿੰਨੇ ਕੀੜੇ ਨੇ, ਜਿੰਨੇ ਪਤੰਗੇ ਨੇ, ਕੀੜੇ ਪਤੰਗੇ ਵੀ ਸਾਰੇ ਆਪ ਜੀ ਦੇ ਬਣਾਏ ਹੋਏ ਹਨ। ਘਟ ਘਟ ਰਾਮ ਸਮਾਨਾ ਰੇ। ਸਾਰਿਆਂ ਦੇ ਵਿੱਚ ਆਪ ਸਮਾਏ ਹੋਏ ਹੋ, ਕੀੜੀਆਂ ਕੀੜੇ, ਪਸ਼ੂ ਪੰਛੀ ਮਨੁੱਖ, ਪਹਾੜ ਰੁੱਖ ਇਤਿਆਦਿਕ ਜੋ ਵੀ ਹੈ। ਨਾਮਦੇਵ ਜੀ ਕਹਿਣ ਲੱਗੇ, ਮੇਰੀ ਐਸੀ ਦਿਵ ਦ੍ਰਿਸ਼ਟੀ ਆਪ ਜੀਆਂ ਨੇ ਬਖਸ਼ਿਸ਼ ਕੀਤੀ ਹੈ ਕਿ ਹੁਣ ਮੈਨੂੰ ਸਾਰਿਆਂ ਦੇ ਵਿੱਚ ਤੁਸੀਂ ਆਪ ਹੀ ਦਿਖਾਈ ਦਿੰਦੇ ਹੋ। ਏਕਲ ਚਿੰਤਾ ਰਾਖ ਅਨੰਤਾ। ਐ ਪਰਮਾਤਮਾ ਆਪ ਅਨੰਤਾ ਹੋ, ਬੇਅੰਤ ਗੁਣਾਂ ਦੇ ਮਾਲਕ ਹੋ, ਤੇ ਆਪ ਬੇਅੰਤ ਗੁਣਾਂ ਦੇ ਮਾਲਕ ਹੋਣ ਕਰਕੇ ਆਪ ਜੀ ਦੇ ਸਿਮਰਨ ਦੀ ਚਿੰਤਾ ਮਨ ਵਿੱਚ ਰੱਖਣੀ ਚਾਹੀਦੀ ਹੈ। ਏਕਲ ਚਿੰਤਾ ਰਾਖ ਅਨੰਤਾ, ਜੋ ਅਨੰਤ ਬੇਅੰਤ ਹੈ ਪਰਮਾਤਮਾ, ਉਹਦੇ ਸਿਮਰਨ ਦੀ ਚਿੰਤਾ ਬੰਦਿਆ ਰੱਖਿਆ ਕਰ। ਮਤ ਕਰ ਚਿੰਤਾ, ਚਿੰਤਾ ਹੈ ਕਰਤੇ ਚੇਤਾਈ ਤਾਂ ਚੇਤ ਬਚਨ ਮਹਾਰਾਜ ਜੀਆਂ ਦੇ। ਤੇਰਾ ਕੰਮ ਹੈ ਪਰਮਾਤਮਾ ਨੂੰ ਚੇਤੇ ਕਰਨਾ। ਜਿਹੜਾ ਅਨੰਤ ਬੇਅੰਤ ਹੈ ਪਰਮਾਤਮਾ, ਉਹਦੇ ਨਾਮ ਦਾ ਭਾਈ ਚਿੰਤਨ ਕਰਨਾ ਕਰ। ਔਰ ਤਜੋ ਸਭ ਆਸਾ ਰੇ। ਬਾਕੀ ਪਦਾਰਥਾਂ ਦੀਆਂ ਸਾਰੀਆਂ ਆਸਾਂ ਜਿਹੜੀਆਂ ਨੇ ਨਾ, ਛੱਡ ਦੇ। ਪਦਾਰਥਾਂ ਦੀ ਆਸ ਨਾ ਕਰਿਆ ਕਰ, ਕਿਉਂਕਿ ਜਿਹੜਾ ਕਰਮਾਂ ਵਿੱਚ ਲਿਖਿਆ ਹੈ ਉਹ ਬਿਨਾਂ ਆਸ ਤੋਂ ਹੀ ਮਿਲ ਜਾਣਾ ਹੈ। ਜਿਹੜਾ ਨਹੀਂ ਲਿਖਿਆ ਹੈ ਉਹ ਆਸਾ ਕਰਕੇ ਵੀ ਨਹੀਂ ਮਿਲਣਾ ਹੈ। ਕਈ ਵਾਰੀ ਆਪਾਂ ਸਾਰੀ ਉਮਰ ਝੂਰਦੇ ਰਹਿੰਦੇ, ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਝੂਰਦਿਆਂ ਝੂਰਦਿਆਂ ਉਮਰਾਂ ਲੰਘ ਜਾਂਦੀ ਹੈ, ਮਿਲਦਾ ਫਿਰ ਵੀ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਏਕਲ ਚਿੰਤਾ, ਤੂੰ ਰੱਬ ਦੇ ਨਾਮ ਦੀ ਚਿੰਤਾ ਕਰ ਵੀ ਨਾਮ ਜਪਣਾ ਹੈ। ਰਾਖ ਅਨੰਤਾ, ਕਿਉਂਕਿ ਉਹ ਬੇਅੰਤ ਹੈ। ਔਰ ਤਜੋ ਸਭ ਆਸਾ ਰੇ, ਬਾਕੀ ਸਾਰੀਆਂ ਆਸਾਂ ਬੰਦਿਆ ਲਾ ਦੇ, ਆਸਾ ਛੱਡ ਦੇ, ਕਿਉਂਕਿ ਉਸ ਪਰਮਾਤਮਾ ਨੂੰ ਸਾਰੇ ਜੀਵਾਂ ਦੇ ਖਾਣ ਪੀਣ ਦੀ ਚਿੰਤਾ ਹੈ। ਏਕਲ ਚਿੰਤਾ, ਇੱਕ ਰੱਬ ਐਸਾ ਹੈ ਜਿਹਨੂੰ ਸਾਰਿਆਂ ਦੀ ਚਿੰਤਾ ਹੈ। ਆਪਾਂ ਨੂੰ ਆਪੋ ਆਪਣੇ ਪਰਿਵਾਰ ਦੀ ਹੋਵੇਗੀ, ਪਰਮਾਤਮਾ ਨੂੰ ਸਾਰਿਆਂ ਦੀ ਹੈ। ਸੈਲ ਪੱਥਰ ਮੈਂ ਜੰਤੂ ਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਉਸ ਪਰਮਾਤਮਾ ਨੂੰ ਸਾਰੇ ਜੀਵਾਂ ਦੀ ਚਿੰਤਾ ਹੈ। ਇਸ ਕਰਕੇ ਤੂੰ ਚਿੰਤਾ ਨਾ ਕਰਿਆ ਕਰ, ਤੂੰ ਉਸ ਪਰਮਾਤਮਾ ਦੇ ਨਾਮ ਦਾ ਚਿੰਤਨ ਕਰ ਅਤੇ ਤੇਰਾ ਭਲਾ ਹੋਵੇਗਾ। ਜਦੋਂ ਰਾਗੀ ਸਿੰਘ ਕੀਰਤਨ ਸ਼ੁਰੂ ਕਰਦੇ ਨਾ, ਉਸ ਵੇਲੇ ਜਪਾਉਂਦੇ ਨੇ ਵਾਹਿਗੁਰੂ ਵਾਹਿਗੁਰੂ, ਉਦੋਂ ਜਪਿਆ ਕਰੋ ਭਾਈ ਮਨ ਟਿਕਾ ਕੇ। ਇਹ ਮਹਾਰਾਜ ਦੀ ਬਾਣੀ ਦਾ ਫਰਮਾਨ ਆਪਾਂ ਸਰਵਣ ਕਰ ਰਹੇ ਹਾਂ। ਏਕਲ ਚਿੰਤਾ, ਚਿੰਤਾ ਕਰਨੀ ਹੈ ਨਾਮ ਜਪਣ ਦੀ ਕਰ, ਨਾਮ ਨੂੰ ਚੇਤੇ ਕਰਿਆ ਕਰ। ਸੰਗਤ ਵਿੱਚ ਬੈਠ ਕੇ ਵਾਹਿਗੁਰੂ ਜਪਿਆ ਕਰ ਤਾਂ ਕਿ ਤੇਰਾ ਭਲਾ ਹੋਣਾ ਕਰੇ। ਪ੍ਰਣਵੇ ਨਾਮਾ ਭੈ ਨਿਸ਼ਕਾਮਾ। ਨਾਮਦੇਵ ਜੀ ਪ੍ਰਣਵੈ ਉਚਾਰਨ ਕਰਦੇ ਨੇ, ਮੈਂ ਤੇ ਨਿਸ਼ਕਾਮ ਹੋ ਚੁੱਕਿਆ ਹਾਂ। ਕਿਸੇ ਨੇ ਪੁੱਛਿਆ, ਨਾਮਦੇਵ ਤੁਹਾਨੂੰ ਵੀ ਕੋਈ ਚਾਹੀਦਾ ਹੈ? ਕਹਿੰਦੇ ਜੀ ਨਹੀਂ, ਮੈਂ ਤੇ ਨਾਮ ਜਪ ਕੇ ਨਿਸ਼ਕਾਮ ਹੋ ਗਿਆ, ਮੈਨੂੰ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਹੈ। ਕੋ ਠਾਕੁਰ ਕੋ ਦਾਸਾ ਰੇ। ਮੇਰੀ ਨਜ਼ਰ ਦੇ ਵਿੱਚ ਕੌਣ ਠਾਕੁਰ ਮਾਲਕ ਹੈ, ਕੌਣ ਦਾਸ ਹੈ? ਨਹੀਂ, ਇਹ ਸਭ ਕੁਝ ਦੁੰਦਵਾਦ ਖਤਮ ਹੀ ਹੋ ਗਿਆ, ਦਵੈਤ ਰਹਿ ਹੀ ਨਹੀਂ ਗਈ। ਨਾ ਮੈਂ ਕਿਸੇ ਨੂੰ ਮਾਲਕ ਮੰਨਦਾ, ਨਾ ਮੈਂ ਕਿਸੇ ਨੂੰ ਨੌਕਰ ਮੰਨਦਾ।
ਮੈਂ ਤੇ ਸਾਰਿਆਂ ਵਿੱਚ ਪਰਮਾਤਮਾ ਨੂੰ ਹੀ ਪਰਿਪੂਰਨ ਵੇਖਦਾ ਹਾਂ। ਮੇਰੇ ਵਿੱਚ ਕੋਈ ਇੱਛਾ ਰਹੀ ਨਹੀਂ ਹੈ ਕਿਸੇ ਤਰ੍ਹਾਂ ਦੀ, ਮੈਂ ਇਹਨਾਂ ਇੱਛਾਵਾਂ ਤੋਂ ਮੁਕਤ ਹੋ ਗਿਆ ਹਾਂ। ਇਸ ਤਰ੍ਹਾਂ ਭਗਤ ਨਾਮਦੇਵ ਜੀਆਂ ਨੇ ਇਹ ਮਾਲੀ ਗੌੜਾ ਰਾਗ ਦੇ ਅੰਦਰ 3 ਸ਼ਬਦ ਭਗਤ ਨਾਮਦੇਵ ਜੀਆਂ ਦੇ ਪ੍ਰਾਪਤ ਹੋਏ ਨੇ, ਅਤੇ ਇਸੇ ਤਰ੍ਹਾਂ 8 ਸ਼ਬਦ ਜਿਹੜੇ ਨੇ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪ੍ਰਾਪਤ ਹੋਏ, ਅਤੇ 6 ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪ੍ਰਾਪਤ ਹੋਏ। ਸੋ ਇਹ ਕੁੱਲ ਸ਼ਬਦ 17 ਨੇ ਇਸ ਰਾਗ ਦੇ ਅੰਦਰ। ਇੱਥੇ ਮਾਲੀ ਗੌੜਾ ਰਾਗ ਹੁਣ ਸੰਪੂਰਨ ਹੋ ਗਿਆ ਹੈ। ਕੱਲ੍ਹ ਨੂੰ ਆਪਾਂ ਮਾਰੂ ਰਾਗ ਜਿਹੜਾ ਹੈ ਉਸ ਦੀ ਸ਼ੁਰੂਆਤ ਕਰਾਂਗੇ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਵੈ ਸਾਹਿਬ ਸਿਓ ਮੇਲੋ। ਏਕਲ ਚਿੰਤਾ ਰਾਖ ਅਨੰਤਾ, ਔ ਤਜੋ ਸਭ ਆਸਾਰੇ। ਪਨਵੇਂ ਨਾਮਾ ਭੈ ਨੇਹ ਕਾਮਾ, ਕੋ ਠਾਕਰ ਕੋ ਦਾਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।